ਸਤਿ ਸ਼੍ਰੀ ਅਕਾਲ ਸਾਰਿਆਂ ਦਾ। ਇੱਕ ਵਾਰ ਫਿਰ ਤੁਸੀਂ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਆਪਣੇ ਇਸ YouTube ਚੈਨਲ ਦੇ ਉੱਪਰ। ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਬਿਜ਼ਨਸ ਸਟੱਡੀ ਦਾ ਰੈਸਟ ਆਫ ਦਾ ਸੈਂਪਲ ਉੱਪਰ। ਲਾਸਟ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਵੀਡੀਓ 'ਚ ਆਪਾਂ ਨੇ ਸੈਕਸ਼ਨ A ਤੇ B ਆਪਣਾ ਕਵਰ ਕਰ ਲਿੱਤਾ ਸੀਗਾ। ਤਾਂ ਹੁਣ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਰੈਸਟ ਆਫ ਦਾ ਪਾਰਟ ਜਿਸ 'ਚ ਆਪਣੇ 4 ਮਾਰਕਸ ਤੇ 6 ਮਾਰਕਸ ਕੁਐਸਚਨ ਜਿਹੜੇ ਕਿ ਆਪਾਂ ਨੇ ਸੋਲਵ ਕਰਨੇ ਆ ਉਹ ਤੁਹਾਡੇ ਲਈ ਆਪਾਂ ਲੈ ਕੇ ਆਏ ਹਾਂ। ਤਾਂ ਵੀਡੀਓ ਦੇ ਐਂਡ ਤੱਕ ਬਣੇ ਰਹਿਣਾ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਵੀਡੀਓ ਨੂੰ ਆਪਣੇ ਦੋਸਤਾਂ ਤੱਕ ਸ਼ੇਅਰ ਕਰ ਦੇਣਾ। ਠੀਕ ਹੈ, ਕਰੀਏ ਸਟਾਰਟ। ਸੈਕਸ਼ਨ ਨੰਬਰ C ਅਗਰ ਆਪਾਂ ਲਗਾ ਕੇ ਦੇਖੀਏ, ਪੈਨ ਐਕਟੀਵੇਟ ਕਰ ਲਈ 1 ਮਿੰਟ। 4 ਮਾਰਕਸ ਦੇ ਕੁਐਸਚਨਸ ਆਪਣੇ ਕੋਲ, ਠੀਕ ਹੈ ਨਾ। ਇਸ ਦੇ ਵਿੱਚ ਪਹਿਲਾ ਕੁਐਸਚਨ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਆਪਣੇ ਕੋਲ ਪੁੱਛੇਗਾ ਕਿ ਡਿਸਕਸ ਕਰਨੇ ਆਪਾਂ ਨੇ ਕੋਈ 4 ਫੀਚਰਸ ਆਪਣੇ ਮੈਨੇਜਮੈਂਟ ਦੇ। ਫੀਚਰਸ ਆਫ ਮੈਨੇਜਮੈਂਟ ਬਿਲਕੁਲ ਸਿੰਪਲ ਜਾਂ ਬੇਸਿਕ ਜਿਹਾ ਕੁਐਸਚਨ ਹੈ, ਮੈंने ਵੀਡੀਓ 'ਚ ਵੀ ਦੱਸਿਆ ਸੀਗਾ ਤੁਹਾਨੂੰ। ਪਹਿਲਾ ਫੰਕਸ਼ਨ ਅਗਰ ਆਪਾਂ ਪਹਿਲਾ ਫੀਚਰ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਮੈਨੇਜਮੈਂਟ ਆਪਣੇ ਆਪ ਕੀ ਗਰੁੱਪ ਐਕਟੀਵਿਟੀ ਹੈ, ਠੀਕ ਹੈ ਨਾ। ਬਹੁਤ ਸਾਰੇ ਲੋਕ ਮਿਲ ਕੇ ਇਕੱਠੇ ਕੰਮ ਕਰਦੇ ਹੈਗੇ ਤਾਂ ਕਿ ਆਰਗੇਨਾਈਜੇਸ਼ਨ ਗੋਲਸ ਨੂੰ ਜਿਹੜਾ ਹੈਗਾ ਅਚੀਵ ਕਰ ਸਕੀਏ। ਸੋ ਇਸ ਕਰਕੇ ਆਪਾਂ ਮੈਨੇਜਮੈਂਟ ਨੂੰ ਕੰਸੀਡਰ ਹੀ ਕਰਦੇ ਹਾਂ ਇੱਕ ਗਰੁੱਪ ਐਕਟੀਵਿਟੀ ਦੇ ਤੌਰ ਤੇ, ਠੀਕ ਹੈ ਨਾ। ਤਾਂ ਬੇਸਿਕ ਜਿਹਾ ਪੁਆਇੰਟ। दूसरा डायनेमिक इन नेचर है या डायनेमिक फंक्शन कह सकते हैं। चेंजिंग बिजनेस एनवायरनमेंट ਦੇ ਵਿੱਚ ਮੈਨੇਜਮੈਂਟ ਆਪਾਂ ਨੂੰ ਹੈਲਪ ਕਰਦੀ ਹੈ ਕਿ ਜੋ ਐਡਵਰਸ ਇਫੈਕਟ ਆਪਾਂ ਨੂੰ ਫੇਸ ਕਰਨੇ ਪੈਂਦੇ ਹੈਗੇ ਆ ਉਹਨਾਂ ਨੂੰ ਆਪਾਂ ਹੀ ਕਰ ਸਕੀਏ, ਸਰਵਾਈਵ ਕਰ ਸਕੀਏ। ਲਾਈਕ ਗਵਰਨਮੈਂਟ ਨੇ ਕੋਈ ਪਾਲਿਸੀ ਚੇਂਜ ਕੀਤੀ ਹੈਗੀ ਹੈ, ਮਾਰਕੀਟ 'ਚ ਆਪਣੇ ਪ੍ਰੋਡਕਟ ਦੀ ਡਿਮਾਂਡ ਚੇਂਜ ਹੋ ਰਹੀ ਹੈਗੀ ਹੈ, ਤਾਂ ਇਹਨਾਂ ਸਿਨੈਰੀਓਜ਼ ਦੇ ਵਿੱਚ ਮੈਨੇਜਮੈਂਟ ਆਪਾਂ ਨੂੰ ਹੈਲਪ ਕਰਦੀ ਹੈ ਕਿ ਆਪਾਂ ਕੋਪ ਅਪ ਕਰ ਸਕੀਏ ਆਪਣੇ ਚੇਂਜਿੰਗ ਬਿਜ਼ਨਸ ਐਨਵਾਇਰਨਮੈਂਟ ਦੇ ਨਾਲ। ਤਾਂ ਇਸ ਕਰਕੇ ਮੈਨੇਜਮੈਂਟ ਆਪਣੇ ਆਪ 'ਚ ਕੀ ਹੈ ਕਿ ਡਾਇਨਾਮਿਕ ਫੰਕਸ਼ਨ ਹੈ। ਇਸ ਤੋਂ ਇਲਾਵਾ ਪਰਵੇਸਿਵ ਇਨ ਨੇਚਰ। ਆਰਗੇਨਾਈਜੇਸ਼ਨ ਦੇਖੋ ਕਿਸੇ ਵੀ ਤਰੀਕੇ ਦੀ ਆਪਣੇ ਕੋਲ ਹੋਵੇ, ਛੋਟੀ ਹੈ ਬੜੀ ਹੈਗੀ ਹੈ, ਲੈਵਲ ਕਿਸੇ ਵੀ ਤਰੀਕੇ ਦਾ ਹੋਵੇ, ਆਪਣੇ ਕੋਲ ਟੌਪ ਹੈ, ਮਿਡਲ ਲੈਵਲ ਹੈ, ਚਾਹੇ ਲੋਅਰ ਲੈਵਲ ਹੈ, ਹਰ ਇੱਕ ਜਗ੍ਹਾ ਤੇ ਮੈਨੇਜਮੈਂਟ ਫੰਕਸ਼ਨਸ ਜਿਹੜੇ ਹੈਗੇ ਪਰਫਾਰਮ ਕੀਤੇ ਜਾਂਦੇ। ਸੋ ਇਟ ਇਜ਼ ਨੋਨ ਐਜ਼ ਅ ਪਰਵੇਸਿਵ ਇਨ ਨੇਚਰ। ਇਸ ਤੋਂ ਇਲਾਵਾ ਇੰਟੈਂਜੀਬਲ ਫੋਰਸ ਹੈ ਜਿਸ ਨੂੰ ਆਪਾਂ ਸਿਰਫ ਫੀਲ ਕਰ ਸਕਦੇ ਹਾਂ, ਕਦੀ ਫਿਜ਼ੀਕਲੀ ਟੱਚ ਨਹੀਂ ਕਰ ਸਕਦੇ, ਠੀਕ ਹੈ ਨਾ। ਤਾਂ ਮੈਨੇਜਮੈਂਟ ਆਪਣੇ ਆਪ 'ਚ ਕੀ ਇੱਕ ਤਰ੍ਹਾਂ ਦੀ ਇੰਟੈਂਜੀਬਲ ਫੋਰਸ। ਬਾਕੀ ਆਪਾਂ ਕਹਿ ਸਕਦੇ ਹਾਂ ਕਿ ਹਮੇਸ਼ਾ ਮੈਨੇਜਮੈਂਟ ਦੀ ਜਿਹੜੀ ਏਮ ਹੈਗੀ ਹੈ ਉਹ ਕਿਸ ਚੀਜ਼ ਦੇ ਵਿੱਚ ਹੈ, ਆਰਗੇਨਾਈਜੇਸ਼ਨ ਦੇ ਗੋਲਸ ਨੂੰ ਅਚੀਵ ਕਰਾਉਣ 'ਚ। ਸੋ ਇਟ ਇਜ਼ ਅ ਗੋਲ ਓਰੀਐਂਟਡ ਅਪਰੋਚ। ਇਹ ਮੈਨੇਜਮੈਂਟ ਆਲਵੇਜ਼ ਕਮਸ ਵਿਦ ਅ ਗੋਲ ਓਰੀਐਂਟਡ ਅਪਰੋਚ, ਠੀਕ ਹੈ ਨਾ। ਸੋ these are the basic features of management. Moving to our next question. Give any 4 differences between the contribution made by Taylor and Fuel. ਹੈਨਰੀ ਫਿਊਲ ਦੇ ਅਗਰ ਆਪਾਂ ਲਗਾ ਕੇ ਦੇਖੀਏ ਤਾਂ 14 ਪ੍ਰਿੰਸੀਪਲਸ ਆਪਣੇ ਕੋਲ ਹੈਗੇ ਆ। ਟੇਲਰ ਨੇ ਆਪਾਂ ਨੂੰ ਸਾਇੰਟੀਫਿਕ ਪ੍ਰਿੰਸੀਪਲਸ ਆਫ ਮੈਨੇਜਮੈਂਟ ਦਿੱਤੇ ਸੀਗੇ, ਟੋਟਲ ਅਗਰ ਆਪਾਂ ਲਗਾ ਕੇ ਦੇਖੀਏ 4, ਠੀਕ ਹੈ ਨਾ। ਤਾਂ ਇਹਦੇ ਪ੍ਰਿੰਸੀਪਲਸ ਦਾ ਕੰਟਰੀਬਿਊਸ਼ਨ ਮੈਨੇਜਮੈਂਟ ਕਿਸ ਤਰੀਕੇ ਦਾ ਹੈਗਾ ਉਹਦੇ ਉੱਪਰ ਆਪਾਂ ਨਹੀਂ ਕਰਨਾ, ਇੱਕ ਡਿਫਰੈਂਸ ਕ੍ਰੀਏਟ ਕਰਨਾ ਹੈ, ਠੀਕ ਹੈ। ਔਰ ਥੋੜੀ ਸਪੇਸ ਲੈ ਕੇ ਇਹ ਡਿਫਰੈਂਸ ਥੋੜਾ ਜਿਹੜਾ ਹੈਗਾ ਕਲੀਅਰ ਆਊਟ ਕਰ ਦੇਣਾ। ਇੱਕ ਪਾਸੇ ਅਗਰ ਆਪਾਂ ਲਗਾ ਕੇ ਦੇਖੀਏ ਹੈਨਰੀ ਫਿਊਲ ਔਰ ਦੂਸਰੇ ਪਾਸੇ FW ਟੇਲਰ। ਕੰਟਰੀਬਿਊਸ਼ਨਸ ਇਹਨਾਂ ਦੇ ਕੀ ਹੈ। ਨॉर्मली अपन पता ही है FW टोलर द्वारा दिते गए प्रिंसिपल्स ਨੂੰ ਆਪਾਂ ਸਾਇੰਟੀਫਿਕ ਮੈਨੇਜਮੈਂਟ ਪ੍ਰਿੰਸੀਪਲਸ ਕਹਿੰਦੇ ਆ। ਸਾਇੰਟੀਫਿਕ ਮੈਨੇਜਮੈਂਟ ਪ੍ਰਿੰਸੀਪਲਸ। ਔਰ ਦੂਸਰੇ ਪਾਸੇ ਜਿਹੜੇ ਆਪਣੇ ਕੋਲ ਹੈਨਰੀ ਫਿਊਲ ਦੇ ਪ੍ਰਿੰਸੀਪਲਸ ਹੈਗੇ ਆ ਉਹਨਾਂ ਨੂੰ ਆਪਾਂ ਕੰਸੀਡਰ ਹੀ ਕਰਦੇ ਹਾਂ ਜਨਰਲ ਪ੍ਰਿੰਸੀਪਲਸ ਆਫ ਮੈਨੇਜਮੈਂਟ। ਜਨਰਲ ਪ੍ਰਿੰਸੀਪਲਸ ਆਫ ਮੈਨੇਜਮੈਂਟ, ਠੀਕ ਹੈ। ਹੈਨਰੀ ਫਿਊਲ ਦੇ ਜਿਹੜੇ ਪ੍ਰਿੰਸੀਪਲਸ ਦਿੱਤੇ ਹੋਏ ਸੀ ਆਪਣੇ ਕੋਲ ਉਹਦੇ 'ਚ ਮੇਨ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਫੋਕਸ ਕਿਸ ਚੀਜ਼ ਦੇ ਉੱਪਰ ਸੀਗਾ, ਇੰਪਰੂਵਿੰਗ ਐਫੀਸ਼ੀਐਂਸੀ ਆਫ ਮੈਨੇਜਰਸ। ਇੰਪਰੂਵਿੰਗ ਐਫੀਸ਼ੀਐਂਸੀ ਆਫ ਮੈਨੇਜਰਸ। ਔਰ ਟੇਲਰ ਦੇ ਦਿੱਤੇ ਪ੍ਰਿੰਸੀਪਲਸ ਦੇ ਵਿੱਚ ਮੈਨੂੰ ਫੋਕਸ ਕਿਹਦੇ ਉੱਪਰ ਸੀਗਾ ਕਿ ਆਪਾਂ ਨੇ ਐਫੀਸ਼ੀਐਂਸੀ ਐਂਡ ਪ੍ਰੋਡਕਟਿਵਿਟੀ ਇੰਕਰੀਜ਼ ਕਰਨੀ ਹੈਗੀ ਹੈ ਵਰਕਰਸ ਦੀ। ਇੰਪਰੂਵਿੰਗ ਐਫੀਸ਼ੀਐਂਸੀ ਐਂਡ ਵਰਕ ਪ੍ਰੋਡਕਟਿਵਿਟੀ ਆਫ ਇੰਪਲੋਈਜ਼ ਜਾਂ ਵਰਕਰਸ ਆਪਾਂ ਕਹਿ ਸਕਦੇ ਹਾਂ, ਠੀਕ ਹੈ। ਇਸ ਤੋਂ ਇਲਾਵਾ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਜਿਹੜੇ ਫਿਊਲ ਦੇ ਪ੍ਰਿੰਸੀਪਲਸ ਦਿੱਤੇ ਹੋਏ ਸੀਗੇ ਉਹ ਕਿਹਦੇ ਉੱਪਰ ਬੇਸਡ ਸੀਗੇ, ਉਹਦੇ ਖੁਦ ਦੇ ਐਕਸਪੀਰੀਅੰਸ, ਠੀਕ ਹੈ ਨਾ। ਲਾਰਜ ਨੰਬਰ ਆਫ ਆਬਜ਼ਰਵੇਸ਼ਨਸ ਕਰਨ ਤੋਂ ਬਾਅਦ ਉਸਨੇ ਆਪਣੇ ਪ੍ਰਿੰਸੀਪਲਸ ਦਿੱਤੇ ਸੀਗੇ, ਤਾਂ ਪਰਸਨਲ ਐਕਸਪੀਰੀਅੰਸ ਦੇ ਬੇਸਿਸ 'ਤੇ ਉਸਨੇ ਆਪਣੇ ਪ੍ਰਿੰਸੀਪਲ ਦਿੱਤੇ ਸੀਗੇ। ਬਟ FW ਦੇ ਪ੍ਰਿੰਸੀਪਲ ਜਿਹੜੇ ਸੀਗੇ ਆਪਣੇ ਕੋਲ ਉਹ ਸਾਇੰਟੀਫਿਕ ਇਨਕੁਆਇਰੀ ਦੇ ਉੱਪਰ ਬੇਸਡ ਸੀਗੇ, ਠੀਕ ਹੈ ਨਾ। ਉਹਦੀ ਖੁਦ ਦੀ ਕੋਈ ਇੰਟਿਊਸ਼ਨ ਨਹੀਂ ਸੀਗੀ ਜਾਂ ਉਹਦਾ ਖੁਦ ਦਾ ਕੋਈ ਐਕਸਪੀਰੀਅੰਸ ਨਹੀਂ ਸੀਗਾ। ਉਸਨੇ ਬੋਲਿਆ ਕੀ ਸੀਗਾ, ਹਰ ਇੱਕ ਟਾਸਕ ਦੇ ਵਿੱਚ ਆਪਾਂ ਕੀ ਕਰਾਂਗੇ, ਸਾਇੰਟੀਫਿਕ ਇਨਕੁਆਇਰੀ ਦਾ ਇਸਤੇਮਾਲ ਕਰਾਂਗੇ, ਠੀਕ ਹੈ ਨਾ। ਤਾਂ ਬੇਸਿਕਲੀ ਆਪਾਂ ਕਹਿ ਸਕਦੇ ਹਾਂ ਕਿ ਸਾਇੰਟੀਫਿਕ ਇਨਕੁਆਇਰੀ ਹੋ ਗਈ ਜਾਂ ਫਿਰ ਇਨਵੈਸਟੀਗੇਸ਼ਨ ਹੋ ਗਈ ਜਾਂ ਫਿਰ ਰਿਸਰਚ ਮੈਥਡਸ ਹੋ ਗਏ, ਇਹਨਾਂ ਦਾ ਇਸਤੇਮਾਲ ਕਰਨਾ ਪਵੇਗਾ ਕੋਈ ਵੀ ਆਰਗੇਨਾਈਜੇਸ਼ਨ ਦੇ ਵਰਕ ਨੂੰ ਕੰਪਲੀਟ ਕਰਨ ਤੋਂ ਪਹਿਲਾਂ, ਠੀਕ ਹੈ। ਅਤੇ ਇੱਕ ਪੁਆਇੰਟ ਆਪਾਂ ਇਸ ਤਰੀਕੇ ਦਾ ਕਹਿ ਸਕਦੇ ਹਾਂ ਕਿ ਮੇਨਲੀ ਇੰਪੋਰਟੈਂਸ ਜਿਹੜੀ ਹੈਗੀ ਕਿਸ ਨੂੰ ਦਿੱਤੀ ਗਈ ਸੀਗੀ ਫਿਊਲ ਵੱਲੋਂ, ਐਡਮਿਨਿਸਟ੍ਰੇਟਿਵ ਪਾਰਟ ਆਫ ਆਰਗੇਨਾਈਜੇਸ਼ਨ, ਠੀਕ ਹੈ ਨਾ। ਮਤਲਬ ਟੌਪ ਲੈਵਲ ਅਤੇ ਮਿਡਲ ਲੈਵਲ ਦੇ ਉੱਪਰ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਜ਼ਿਆਦਾ ਫੋਕਸ ਕੀਤਾ ਗਿਆ ਸੀਗਾ
ਜਦਕਿ FW ਟੇਲਰ ਦੇ ਪ੍ਰਿੰਸੀਪਲਸ ਤੋਂ ਆਪਾਂ ਨੂੰ ਸਾਫ਼ ਪਤਾ ਲੱਗ ਰਿਹਾ ਕਿ ਮੇਨ ਫੋਕਸ ਜਿਹੜਾ ਹੈਗਾ ਜਾਂ ਫਿਰ ਮੇਨ ਇੰਪੋਰਟੈਂਸ ਜਿਹੜੀ ਹੈਗੀ ਹੈ ਉਹ ਕਿਸ ਨੂੰ ਦਿੱਤੀ ਗਈ ਹੈਗੀ ਹੈ, ਪ੍ਰੋਡਕਸ਼ਨ, ਜਾਂ ਆਪਾਂ ਕਹਿ ਸਕਦੇ ਹਾਂ ਸੁਪਰਵਾਈਜ਼ਰੀ ਲੈਵਲ ਦੇ ਉੱਪਰ। ਠੀਕ ਹੈ, ਸੋ ਦੀਜ਼ ਆਰ ਦਾ 4 ਬੇਸਿਕ ਡਿਫਰੈਂਸਿਸ ਬਿਟਵੀਨ ਕੰਟਰੀਬਿਊਸ਼ਨ ਆਫ ਹੈਨਰੀ ਫੋਰ ਐਂਡ FW ਟੇਲਰ ਪ੍ਰਿੰਸੀਪਲਸ। ਬਾਕੀ ਤੁਸੀਂ 2-3 ਜਿਹੜੇ ਹੈਗੇ ਹੋਰ ਆਪਣੀ ਬੁੱਕ ਦੇ ਵਿੱਚੋਂ ਦੇਖ ਸਕਦੇ ਹੈਗੇ ਜਿਹੜੇ ਤੁਹਾਨੂੰ ਈਜ਼ੀ ਲੱਗਣ। ਠੀਕ ਹੈ, ਉਸ ਤੋਂ ਬਾਅਦ 4 ਡਾਇਮੈਂਸ਼ਨਸ ਆਪਣੇ ਕੋਲ ਬਿਜ਼ਨਸ ਇਨਵਾਇਰਮੈਂਟ ਦੀ ਐਕਸਪਲੇਨ ਕਰਨ ਨੂੰ ਕਹੀਆਂ ਇਹਨਾਂ ਨੇ। ਦੇਖੋ ਡਾਇਮੈਂਸ਼ਨਸ ਦੇ ਵਿੱਚ ਅਗਰ ਆਪਾਂ ਲਗਾ ਕੇ ਦੇਖੀਏ, ਮੈਂ ਤੁਹਾਨੂੰ ਵੈਸੇ ਵੀ ਕਿਹਾ ਸੀਗਾ ਤੁਸੀਂ ਇਹ ਚੈਪਟਰ ਜਿਹੜਾ ਹੈਗਾ ਸਕਿਪ ਆਊਟ ਕਰ ਸਕਦੇ ਹੋ, ਬਟ ਫਿਰ ਵੀ ਅਗਰ ਕਿਸੇ ਨੇ ਕਰਨਾ ਹੈਗਾ ਤਾਂ ਡਾਇਮੈਂਸ਼ਨਸ ਦੇ ਸਿਰਫ ਪੁਆਇੰਟਸ ਜਿਹੜੇ ਹੈਗੇ ਉਹਨਾਂ ਨੂੰ ਅੱਛੇ ਤਰੀਕੇ ਨਾਲ ਇੱਕ ਵਾਰ ਰੀਡ ਆਊਟ ਕਰ ਲਓ। ਤਾਂ ਮੇਨ 4 ਡਾਇਮੈਂਸ਼ਨਸ ਦੇ ਵਿੱਚ ਤਾਂ ਆਪਣਾ ਇਕਨੋਮਿਕ ਇਨਵਾਇਰਮੈਂਟ ਹੋ ਗਿਆ। ਠੀਕ ਹੈ ਨਾ, ਡਾਇਮੈਂਸ਼ਨਸ ਬੇਸਿਕਲੀ ਫੈਕਟਰਸ ਅਫੈਕਟਿੰਗ ਬਿਜ਼ਨਸ ਇਨਵਾਇਰਮੈਂਟ ਹੀ ਇੱਕ ਤਰ੍ਹਾਂ ਦਾ। ਤਾਂ ਇਕਨੋਮਿਕ ਇਨਵਾਇਰਮੈਂਟ ਹੋ ਗਿਆ ਆਪਣਾ, ਸੋਸ਼ਲ ਇਨਵਾਇਰਮੈਂਟ ਹੋ ਗਿਆ ਆਪਣਾ, ਪੋਲੀਟੀਕਲ ਇਨਵਾਇਰਮੈਂਟ ਹੋ ਗਿਆ ਆਪਣੇ ਕੋਲ, ਡੈਮੋਗ੍ਰਾਫਿਕ ਕਹਿ ਸਕਦੇ ਹੋ ਜਾਂ ਟੈਕਨੋਲੋਜੀਕਲ ਇਨਵਾਇਰਮੈਂਟ ਕਹਿ ਸਕਦੇ ਹੋ। ਤਾਂ ਕਿਸ ਤਰੀਕੇ ਨਾਲ ਇਹ ਚੀਜ਼ਾਂ ਜਿਹੜੀ ਹੈਗੀ ਆਪਣੇ ਬਿਜ਼ਨਸ ਇਨਵਾਇਰਮੈਂਟ ਨੂੰ ਇਫੈਕਟ ਕਰਦੀਆਂ, ਬਸ ਇਸ ਚੀਜ਼ ਦੇ ਉੱਪਰ ਤੁਹਾਨੂੰ ਕੀ ਕਰ ਦੇਣੀ, ਆਪਣੀ ਐਕਸਪਲੇਨੇਸ਼ਨ ਦੇ ਦੇਣੀ ਹੈ। ਠੀਕ ਹੈ, ਇਹਦੇ ਚੋਇਸ 'ਚ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕੁਐਸਚਨ ਕੀ ਦਿੱਤਾ ਹੋਇਆ, ਥਿੰਗਸ ਡੂ ਨਾਟ ਆਲਵੇਜ਼ ਗੋ ਅਕੋਰਡਿੰਗ ਟੂ ਦ ਪਲਾਨਸ। ਮਤਲਬ ਇੱਕ ਤਰ੍ਹਾਂ ਦੀ ਲਿਮਿਟੇਸ਼ਨਸ ਲਿਖਣੀਆਂ ਆਪਾਂ ਨੇ ਪਲੈਨਿੰਗ ਦੀਆਂ। ਠੀਕ ਹੈ ਨਾ, ਲਿਮਿਟੇਸ਼ਨਸ ਆਫ ਪਲੈਨਿੰਗ ਕਹਿੰਦੇ ਹਰ ਵਾਰ ਜੋ ਆਪਾਂ ਸੋਚ ਕੇ ਚੱਲਦੇ ਹਾਂ ਚੀਜ਼ ਕਈ ਵਾਰ ਆਪਣੇ ਉਹਦੇ ਹਿਸਾਬ ਨਾਲ ਕੰਮ ਨਹੀਂ ਆਉਂਦੀ ਹੈਗੀ। ਤਾਂ ਉਹਦੇ 'ਚ ਬੇਸਿਕਲੀ ਕਿਹਾ ਕੀ ਰਹੇ ਪਲੈਨਿੰਗ ਦੀ ਲਿਮਿਟੇਸ਼ਨਸ। ਤੇ ਇਸ 'ਚ ਪਹਿਲਾਂ ਅਗਰ ਆਪਾਂ ਲਗਾ ਕੇ ਦੇਖੀਏ, ਡਜ਼ ਨਾਟ ਗਾਰੰਟੀ ਸਕਸੈਸ। ਦੇਖੋ ਸਿੰਪਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਪਲੈਨਿੰਗ ਕਰਨ ਦੇ ਨਾਲ ਤੁਸੀਂ ਕਿਤੇ ਨਾ ਕਿਤੇ ਆਪਣੇ ਫਿਊਚਰ ਦੇ ਆਉਣ ਵਾਲੇ ਰਿਸਕ ਨੂੰ ਤੁਸੀਂ ਮਿਨੀਮਾਈਜ਼ ਕਰ ਲੈਂਦੇ ਹੋ, ਪਰ ਇਹ ਹਮੇਸ਼ਾ ਤੁਹਾਨੂੰ ਗਾਰੰਟੀ ਨਹੀਂ ਦਿੰਦਾ ਕਿ ਮੈਂ ਤੁਹਾਨੂੰ ਜਿਹੜਾ ਹੈਗਾ ਸਕਸੈਸ ਦੇਵਾਂਗਾ। ਠੀਕ ਹੈ ਨਾ, ਸੋ ਪਲੈਨਿੰਗ ਹੈਲਪਸ ਇਨ ਰਿਡਿਊਸਿੰਗ ਦ ਰਿਸਕ ਐਂਡ ਅਨਸਰਟਨਟੀ ਆਫ ਦ ਬਿਜ਼ਨਸ ਇਨਵਾਇਰਮੈਂਟ, ਬਟ ਇਟ ਡਜ਼ ਨਾਟ ਗਾਰੰਟੀ ਆਲਵੇਜ਼ ਕਿ ਤੁਹਾਨੂੰ ਜਿਹੜੀ ਹੈਗੀ ਸਕਸੈਸ ਮਿਲੇਗੀ ਹੀ ਮਿਲੇਗੀ। ਮਿਹਨਤ ਤਾਂ ਹਰ ਕੋਈ ਕਰਦਾ ਹੈਗਾ, ਬਟ ਕਾਮਯਾਬੀ ਉਸੇ ਬੰਦੇ ਨੂੰ ਮਿਲਦੀ ਹੈ ਕਿ ਜਿਹੜਾ ਕੰਸਿਸਟੈਂਟ ਫੋਕਸ ਰਹਿੰਦਾ ਹੈਗਾ ਆਪਣੇ ਕੰਮ ਦੇ ਉੱਪਰ। ਠੀਕ ਹੈ ਨਾ, ਤਾਂ ਗਾਰੰਟੀ ਕਿਸੇ ਨੂੰ ਵੀ ਨਹੀਂ ਹੈਗੀ ਕਿ ਸਕਸੈਸ ਮਿਲੇਗੀ, ਪਰ ਮਿਹਨਤ ਕਰਨਾ ਤੁਸੀਂ ਕਾਫੀ ਹੱਦ ਤੱਕ ਜਿਹੜਾ ਹੈਗਾ ਉਸ ਮੁਕਾਮ ਤੱਕ ਪਹੁੰਚਣ ਦੇ ਨੇੜੇ ਆ ਜਾਂਦੇ ਹੈਗੇ ਹੋ। ਠੀਕ ਹੈ ਨਾ, ਸੈਕਿੰਡ ਅਗਰ ਆਪਾਂ ਲਗਾ ਕੇ ਦੇਖੀਏ, ਇਨਵੋਲਵਸ ਹਿਊਜ ਕਾਸਟ, ਪੈਸਾ ਬਹੁਤ ਲੱਗ ਜਾਂਦਾ ਹੈਗਾ, टाइम कंज्यूमिंग प्रोसेस है, टाइम कंज्यूमिंग प्रोसेस। ठीक, बाकी इस तो इलावा अगर आप लगा के देखिए थोड़ी किते ना किते अगर आप लगा के देखिए तो जो सोचने की क्षमता हैगी उसनों खत्म कर दिंदा एक तरह का, तो रिड्यूस कर दिंदा किते ना किते हद तक अगर आप लगा के देखिए तो क्रिएटिविटी, जिस करके तुसीं कुछ नवा करने बारे सोच ही नहीं पाते क्योंकि थोड़े को ऑलरेडी प्लान्स अगर बने हुए हैं तो तुसीं उसी के उपर स्टिक रहने हो अपने, जिस करके थोड़ा दिमाग किसी होर चीज़ के उपर चलता ही नहीं है। ठीक है ना, तो किसी ना किसी हद तक अगर आप लगा के देखिए तो थोड़ी क्रिएटिविटी जो लैवल है उसनों कर दिंदा, रिड्यूस कर दिंदा है। बाकी ज़्यादा काम नहीं आती अपने को जो डज नॉट वर्क इन डायनामिक बिजनेस इन्वायरमेंट, कि थोड़ा बिजनेस इन्वायरमेंट कुछ इस तरीके का है जिस चेंजिस बहुत रैपिडली होंगी है। तो ऐसे टाइम के थोड़ी प्लैनिंग जी सारी धरी की धरी रह जाती है, क्योंकि कोई भी चीज़ थोड़े कंट्रोल च नहीं हैगी। ठीक है ना, सो डज नॉट वर्क इन डायनामिक बिजनेस इन्वायरमेंट। सो दीज आर द बेसिक फीचर्स या फिर लिमिटेशंस कह सकते हैं एक तरह दी प्लैनिंग दी जी पर देखने मिलती हैं। ठीक है ना, फीचर्स तो नहीं कहूँगा, लिमिटेशंस ही एक तरह दी। नैक्सट इस तो बाद अपने को आ रहे कोई अपने 4 एडवांटेजेस जोड़े एक्सटर्नल सोर्स ऑफ रिक्रूटमेंट के जोड़े मैंशन करने है। ठीक है, एक्सटर्नल सोर्सिस ऑफ रिक्रूटमेंट अपन पता ही है जिस च इंप्लॉयज़ की भर्ती जी आप बाहरले साधनों तो करवा रहे हैं। लाइक अगर आप लगा के देखिए तो डायरैक्ट रिक्रूटमेंट हो रही है, एडवर्टीजमेंट्स कर रहे हैं आप, या फिर अगर आप लगा के देखिए इंप्लॉयमेंट एक्सचेंज के ऑप्शन आप यूज़ कर रहे हैं। सो ये अपनी की है कुछ एक्सटर्नल सोर्सिज है रिक्रूटमेंट के, तिन्हों के अपने की करने है एडवांटेजेस मैंशन करने है। और मेरे को फिलहाल स्पेस हैगी तो मैं और यूटिलाइज़ कर लेना। तो एडवांटेजेस या मैरिट्स सिंपल अगर आप लगा के देखिए तो पहला पॉइंट वाइडर स्कोप, ऑप्शंस खुल जाती है थोड़े को, नंबर ऑफ कैंडिडेट्स टू बी अप्लाइड फॉर द वेकेंट जॉब्स। अगर थोड़ी ऑर्गेनाइजेशन 10 वैकेंसीज खाली हैं तो थोड़े को ऑप्शंस बढ़ जाते कि 100 या 150 वर्कर्स को इनवाइट कर सकते हो कि थोड़ी जॉब के लिए अप्लाई करना हो। सो स्कोप जो है ज़्यादा खुल जाता है। या फिर अगर आप लगा के देखिए तो बेस्ट ऑप्शन जो है रहता अपने को कि आप एक्सटर्नल सोर्सिज थ्रू रिक्रूटमेंट करा ली अपनी। सेकेंड अगर आप लगा के देखिए तो इंट्रोडक्शन ऑफ न्यू टैलेंट और स्किल्स, द इंट्रोडक्शन ऑफ न्यू टैलेंट बेसिकली अगर तुम फ्रैशर्स को मौका देने है तो बेसिकली इस तो पहला उन्होंने काम नहीं किया होया तो उन्होंने जो स्किल्स है या फिर अगर आप लगा के देखिए जो उन्होंने क्रिएटिविटी है वो बिजनेस के काम आती है अपने को। बाकी लॉन्ग पीरियड के लिए अगर आप लगा के देखिए तो मैथड बहुत हैल्पफुल है। सो हैल्पफुल इन लॉन्ग पीरियड।
ਠੀਕ ਹੈ ਨਾ। ਨਿਊ ਇੰਪਲੋਈਜ਼ ਨੂੰ ਤੁਸੀਂ ਟ੍ਰੇਨਿੰਗ ਦੇ ਕੇ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਪਾਰਟ ਬਣਾ ਸਕਦੇ ਹੋ ਫॉर ਅ ਲੌਂਗਰ ਪੀਰੀਅਡ, ਸੋ ਹੈਲਪਫੁਲ ਇਨ ਲੌਂਗਰ ਪੀਰੀਅਡ। ਇਸ ਤੋਂ ਇਲਾਵਾ ਕਿਤੇ ਨਾ ਕਿਤੇ ਜਦੋਂ ਨਿਊ ਇੰਪਲੋਈਜ਼ ਆਰਗੇਨਾਈਜੇਸ਼ਨ ਦੇ ਵਿੱਚ ਆਉਂਦੇ ਹੈਗੇ ਤਾਂ ਉਹਨਾਂ ਦੇ ਅੰਦਰ ਸਪਿਰਿਟ ਆਫ ਕੰਪੀਟੀਸ਼ਨ ਹੁੰਦੀ ਹੈ, ਜਿਹਦੇ ਨਾਲ ਫਾਇਦਾ ਆਰਗੇਨਾਈਜੇਸ਼ਨ ਨੂੰ ਮਿਲਦਾ ਹੈ ਕਿ ਉਹ ਦੂਸਰੇ ਨਾਲੋਂ ਬੈਟਰ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਤਾਂ ਕਿ ਅੱਛੀ ਗਰੋਥ ਉਹਨਾਂ ਨੂੰ ਆਰਗੇਨਾਈਜੇਸ਼ਨ 'ਚ ਮਿਲ ਸਕੇ। ਠੀਕ ਹੈ, ਤਾਂ ਬੇਸਿਕ ਜੇ ਕੁਝ ਪੁਆਇੰਟਸ ਹੈਗੇ ਜਿਹੜੇ ਤੁਸੀਂ ਖੁਦ ਵੀ ਪਤਾ ਹੈ ਕਿ ਲਿਖ ਸਕਦੇ ਹੋ, ਤੇ ਜ਼ਿਆਦਾ ਤੁਹਾਨੂੰ ਰੱਟੇ ਮਾਰਨ ਦੀ ਲੋੜ ਨਹੀਂ ਹੈ। ਸਿੰਪਲ ਜਿਹੇ ਪੁਆਇੰਟਸ ਹੈ, ਗੋ ਥਰੂ ਕਰ ਲਿਓ ਬਸ ਇੱਕ ਵਾਰ ਇਹਨਾਂ ਨੂੰ, ਤੇ ਇਹਦੇ ਨਾਲ ਤੁਹਾਡਾ ਕੁਐਸਚਨ ਜਿਹੜਾ ਹੈਗਾ ਕੰਪਲੀਟ ਹੋ ਜਾਏਗਾ। ਠੀਕ ਹੈ, ਮੂਵਿੰਗ ਟੂ ਅ ਨੈਕਸਟ ਕੁਐਸਚਨ। ਐਨ ਐਫਰਟ ਆਫ ਕੰਟਰੋਲਿੰਗ ਐਵਰੀਥਿੰਗ ਮੇ ਐਂਡ ਅਪ ਇਨ ਕੰਟਰੋਲਿੰਗ ਨਥਿੰਗ। ਕੀ ਕਹਿ ਰਹੇ ਆਪਣੇ ਕੋਲ ਕਿ ਕਈ ਵਾਰ ਜਦੋਂ ਆਪਾਂ ਜ਼ਿਆਦਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਸੇ ਚੀਜ਼ ਨੂੰ, ਤਾਂ ਉਹ ਕੰਟਰੋਲ ਹੋਣ ਦੀ ਬਜਾਏ ਹੋਰ ਜ਼ਿਆਦਾ ਵਰਸਟ ਹੋ ਜਾਂਦੀ ਹੈ ਆਪਣੇ ਕੋਲ। ਠੀਕ ਹੈ ਨਾ, ਤੇ ਇਸ ਸਟੇਟਮੈਂਟ ਨੂੰ ਆਪਾਂ ਨੇ ਐਕਸਪਲੇਨ ਕਰਨਾ ਹੈ। ਤਾਂ ਬੇਸਿਕਲੀ ਉਹਦੇ ਕੀ ਪੁੱਛ ਰਹੇ ਨੇ, ਲਿਮਿਟੇਸ਼ਨਸ ਕੰਟਰੋਲਿੰਗ ਦੀਆਂ, ਲਿਮਿਟੇਸ਼ਨਸ ਆਫ ਕੰਟਰੋਲਿੰਗ। ਠੀਕ ਹੈ, ਜਿਸ 'ਚ ਪਹਿਲਾ ਪੁਆਇੰਟ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕੀ ਕਹਿ ਸਕਦੇ ਹਾਂ ਆਪਾਂ, ਕੰਟਰੋਲਿੰਗ ਜਦੋਂ ਆਪਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕੁਝ ਚੀਜ਼ਾਂ ਆਪਣੇ ਹੱਥ 'ਚ ਨਹੀਂ ਹੁੰਦੀਆਂ ਹੈਗੀਆਂ। ਬੇਸਿਕਲੀ ਐਕਸਟਰਨਲ ਫੈਕਟਰਸ, ਤਾਂ ਨੋ ਕੰਟਰੋਲ ਓਵਰ ਦ ਐਕਸਟਰਨਲ ਫੈਕਟਰਸ। ਹੁਣ ਅਗਰ ਗਵਰਨਮੈਂਟ ਆਪਣੀ ਪॉलिसीज़ ਚੇਂਜ ਕਰ ਰਹੀ ਹੈ, ਕੰਪੀਟੀਟਰਸ ਆਪਣੀ ਜਿਹੜੀ ਹੈਗੀ ਹੈ ਪॉलिसीज़ ਚੇਂਜ ਕਰ ਰਹੇ ਹੈਗੇ, ਕਿਆ ਉਹਦੇ 'ਚ ਮੇਰਾ ਕੋਈ ਕੰਟਰੋਲ ਹੈਗਾ? ਬਿਲਕੁਲ ਵੀ ਨਹੀਂ। ਸੋ ਨੋ ਕੰਟਰੋਲ ਓਵਰ ਐਕਸਟਰਨਲ ਫੈਕਟਰਸ। ਇਸ ਤੋਂ ਇਲਾਵਾ ਕਿਤੇ ਨਾ ਕਿਤੇ ਕੰਟਰੋਲਿੰਗ ਪ੍ਰੋਸੈਸ ਵੀ ਆਪਣੇ ਆਪ 'ਚ ਕਾਫੀ ਜ਼ਿਆਦਾ ਕੀ ਕਰਦਾ ਹੈ, ਕੋਸਟ ਇਨਵੋਲਵ ਕਰਦਾ ਹੈ, ਹਿਊਜ ਕੋਸਟ। ਸੈਟਿੰਗ ਅਪ ਆਫ ਕੰਟਰੋਲਿੰਗ ਸਿਸਟਮ, ਕੰਟੀਨਿਊਸ ਆਬਜ਼ਰਵੇਸ਼ਨ ਆਫ ਇੰਪਲੋਈਜ਼ ਪਰਫਾਰਮੈਂਸਿਸ। ਠੀਕ ਹੈ ਨਾ, ਸੈਟਿੰਗ ਦਾ ਸਟੈਂਡਰਡਸ ਕਾਫੀ ਹੱਦ ਤੱਕ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈ। ਠੀਕ ਹੈ ਨਾ, ਔਰ ਕਾਸਟਲੀ ਵੀ ਆਪਾਂ ਨੂੰ ਜਿਹੜਾ ਹੈਗਾ ਪੈਂਦਾ ਹੈਗਾ ਇੱਕ ਤਰ੍ਹਾਂ ਦਾ। ਇਸ ਤੋਂ ਇਲਾਵਾ ਡਿਫਿਕਲਟੀ ਟੂ ਫਿਕਸ ਰਿਸਪॉन्सिबिलिटीज़, ऑब्जेक्टिव अगर अपने अचीव ना हो पाए या फिर अकॉर्डिंग टू द स्टैंडर्ड्स काम ना हो पाया तो हु इज़ रिस्पॉन्सिबल। तो डिफिकल्टी जी है अपन फेस करनी पैंती है रिस्पॉन्सिबिलिटी फिक्स करते टाइम। ठीक है, इस तो इलावा इंप्लॉयज़ काफ़ी हद तक जो इस चीज़ को पसंद नहीं करते कि रेगुलर इंटरवल्स के उपर उन्होंने काम को मॉनिटर किया जाए, क्योंकि उन्होंने लगता कि सूँ हरास किया जा रहा है काम के उपर। ठीक है ना, सो रेजिस्टेंस फ्रॉम इंप्लॉयज़। सो दीज आर द रीजनस वाई समटाइम्स एन एफर्ट टू कंट्रोल एवरीथिंग मे एंड अप इन कंट्रोलिंग नथिंग। कि हर एक चीज़ को कंट्रोल करने के चक्कर च कई बार कुछ भी कंट्रोल के हथ कंट्रोलिंग अपने हाथ च नहीं रहिंदा हैगा। ठीक है ना, नैक्सट इस तो बाद अपने कोई 4 राइट्स एक्सप्लेन करने हैं कंज्यूमर प्रोटेक्शन एक्ट 2019 के अकॉर्डिंग। ठीक है ना, राइट्स अपन पता है कि टोटल 6 तरीके के राइट्स जो कंज्यूमर दिते है। राइट टू चूज, मतलब थोड़े को वैरायटी ऑफ प्रोडक्ट्स अवेलेबल है, तो उन्होंने थोड़ी मर्जी है कि तुम किहड़ा प्रोडक्ट लेना चाहते हो, कोई थोड़ा फोर्स नहीं कर सकता कि सर तुम यही समान खरीदो। इस तो इलावा राइट टू गेट इंफॉर्मेशन, मार्केट के विचों तुसी किसी भी प्रोडक्ट की किसी भी सर्विस की कोई जानकारी लेना चाहते हो, यू आर फ्री, और थोड़ा राइट है कि तुसी उस प्रोडक्ट बारे जानकारी लो ताकि एक डिसीजन बना सको कि तुमने प्रोडक्ट खरीदना या नहीं खरीदना। सो राइट टू गेट द इंफॉर्मेशन। इस तो इलावा राइट टू सेफ्टी, कंज्यूमर को पूरा राइट है कि अपने आप की कर सकता है, सेफ रख सकता है फ्रॉम द सेल ऑफ हजारडस गुड्स। तो ये हर एक बिजनेस हाउस में जोड़े कि ऐसे प्रोडक्ट्स बना रहे हैं जी डेंजर टू द ह्यूमन लाइफ हैगी है, उनके उपर प्रिकॉशनस मैंशन करनिया पैणगियां भी इन्होंने यूज़ करने टाइम थोड़ा कि सावधानियां वरतनियां चाहिए है। ठीक है ना, सो राइट टू सेफ्टी। इस तो इलावा राइट टू बी हर्ड, अगर थोड़े ना कुछ गलत होंगे है, ठीक है ना, तो थोड़ा पूरा चांस दिता जाएगा अपनी गल रखने का कंज्यूमर कोड के। ठीक है ना, तो की है थोड़ी राइट टू बी हर्ड द पार्ट। ठीक है, नैक्सट इस तो बाद अगर आप लगा के देखिए तो 4 एडवांटेजेस जोड़े कि अपने कंज्यूमर प्रोडक्ट के रिलेटेड पैकेजिंग के जोड़े एडवांटेजेस है वो मैंशन करने है। पैकेजिंग अपना पता है एक्ट एज अ साइलेंट सेल्समैन होंगे है। ठीक है ना, जिस करके पहला पॉइंट तो आप लिख सकते हैं, हेल्प्स इन प्रमोटिंग द प्रोडक्ट, हेल्प्स इन प्रमोटिंग प्रोडक्ट। इस तो इलावा ईजिली आप प्रोडक्ट डिफरेंसीएशन कर सकते हैं, पैकेजिंग प्रोडक्ट्स के विच आप ईजिली प्रोडक्ट्स को आइडेंटिफाई कर सकते हैं। ठीक है ना, मॉल्स वगैरह तुम जाते हो तो उत्थे मेनली पैकेजिंग थोड़ा अट्रैक्ट कर दी है, और हर एक कंपनी कोशिश करती है कि पैकेजिंग जी अट्रैक्टिव बनाई जा सके ताकि कंज्यूमर्स का ध्यान आप अपनी तरफ खिंच सकीए। ठीक है, इस तो इलावा अगर आप लगा के देखिए इंप्रूवमेंट इन स्टैंडर्ड ऑफ लिविंग, काफ़ी हद तक अगर आप लगा के देखिए तो लोगों के स्टैंडर्ड ऑफ लिविंग इंप्रूवमेंट जी हैगी आई है किस रीजन करके, पैकेजिंग कारण हम लोग जोड़े कि लूज आइटम्स खरीदना पसंद नहीं करते, क्योंकि उन्हें लगता है कि लूज आइटम जी जल्दी खराब हो सकती है, या फिर वो अंदर अडल्टरेशन देखने को मिल सकती है, या फिर कंटैमिनेशन ऑफ फूड आइटम्स बहुत ईजिली हो जाता है
ਜਿਵੇਂ ਹੁਣ ਤੁਸੀਂ ਸਪੋਜ਼ ਕਰੋ ਕੋਈ ਵੇਫਰ ਦਾ ਪੈਕੇਟ ਲੈ ਕੇ ਆਏ ਹੋ, ਅਗਰ ਉਹ ਖੁੱਲ੍ਹਾ ਰੱਖ ਦਿੰਦੇ ਤੁਸੀਂ ਤਾਂ ਖਰਾਬ ਹੋ ਜਾਂਦਾ, ਓਬਵੀਅਸ ਜੀ ਗੱਲ ਹੈ, ਬਟ ਉਹ ਪੈਕਡ ਅਗਰ ਰਹਿੰਦਾ ਹੈਗਾ ਤਾਂ ਉਹ ਸਹੀ ਰਹਿੰਦਾ ਹੈਗਾ, ਠੀਕ ਹੈ ਨਾ। ਸੋ ਲੋਕਾਂ ਦੀ ਥਿੰਕਿੰਗ ਜਿਹੜੀ ਹੈਗੀ ਉਹਨੂੰ ਹੈਲਥ ਐਂਡ ਹਾਈਜੀਨ ਵੱਲ ਵੱਧ ਰਹੀ ਹੈਗੀ, ਜਿਸ ਕਰਕੇ ਉਹ ਪ੍ਰੈਫਰ ਕਰਦੇ ਕਿ ਪੈਕੇਜਿੰਗ ਆਈਟਮਸ ਹੀ ਜਿਹੜੀ ਹੈਗੀ ਪਰਚੇਜ਼ ਕੀਤੀਆਂ ਜਾਣ, ਠੀਕ ਹੈ। ਇਸ ਤੋਂ ਇਲਾਵਾ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਯੂਸਫੁਲ ਹੈਗਾ ਚੇਂਜਿੰਗ ਬਿਜ਼ਨਸ ਇਨਵਾਇਰਮੈਂਟ 'ਚ। ਅੱਜ ਕੱਲ੍ਹ ਆਪਾਂ ਨੂੰ ਪਤਾ ਹੀ ਹੈ ਕਿ ਡਿਪਾਰਟਮੈਂਟਲ ਸਟੋਰ ਜਿਹੜੇ ਹੈਗੇ ਕਾਫੀ ਹੱਦ ਤੱਕ ਵੱਧ ਰਹੇ ਹੈਗੇ, ਨਾਰਮਲ ਸ਼ਾਪਸ ਜਿਹੜੀ ਖਤਮ ਹੁੰਦੀ ਜਾ ਰਹੀ ਹੈਗੀ, ਉਹ ਲੋਕ ਪ੍ਰੈਫਰ ਕਰ ਰਹੇ ਕਿ ਮਾਲਸ ਵਗੈਰਾ ਦੇ ਵਿੱਚ ਸਮਾਨ ਖਰੀਦਾ ਜਾਵੇ, ਜਿੱਥੇ ਖੁਦ ਤੁਹਾਨੂੰ ਸਮਾਨ ਜਿਹੜਾ ਹੈਗਾ ਚੱਕਣਾ ਪੈਂਦਾ ਹੈਗਾ, ਆਪਣੀ ਬਾਸਕਟ ਵਗੈਰਾ ਉਹਦੇ ਵਿੱਚ ਪਾਉਣਾ ਪੈਂਦਾ ਹੈਗਾ, ਤਾਂ ਉੱਥੇ ਪੈਕੇਜਿੰਗ ਹੀ ਜਿਹੜੀ ਕਸਟਮਰਸ ਨੂੰ ਅਟਰੈਕਟ ਕਰ ਸਕਦੀ ਹੈਗੀ ਹੈ। ਸੋ ਇਟ ਇਜ਼ ਯੂਸਫੁਲ ਇਨ ਚੇਂਜਿੰਗ ਬਿਜ਼ਨਸ ਇਨਵਾਇਰਮੈਂਟ। ਸੋ ਦੀਜ਼ ਆਰ ਦਾ ਸਮ ਕੀ ਐਡਵਾਂਟੇਜਸ ਜਿਹੜੇ ਕਿ ਆਪਾਂ ਨੂੰ ਪੈਕੇਜਿੰਗ ਦੇ ਵਿੱਚ ਦੇਖਣੇ ਪੈਂਦੇ ਹੈਗੇ ਜਦੋਂ ਆਪਾਂ ਕੰਜ਼ਿਊਮਰ ਪ੍ਰੋਡਕਟਸ ਨੂੰ ਪਰਚੇਜ਼ ਕਰ ਰਹੇ ਹੈਗੇ ਆ, ਠੀਕ ਹੈ। ਨੈਕਸਟ ਇਸ ਤੋਂ ਬਾਅਦ ਸੈਕਸ਼ਨ ਡੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਆਪਣੇ ਕੋਲ ਕੰਪਰੀਹੈਂਸ਼ਨ ਦਿੱਤਾ ਹੋਇਆ, ਕਹਿੰਦੇ ਸੁਪਰ ਫਾਈਨ ਰਾਈਸ ਲਿਮਿਟਡ ਆਪਣੇ ਕੋਲ ਕੀ ਹੈ, ਲਾਰਜੈਸਟ ਸ਼ੇਅਰ ਲੈ ਕੇ ਬੈਠੀ ਹੈ ਮਾਰਕੀਟ ਦੇ ਵਿੱਚ 55% ਦਾ। ਕੰਪਨੀ ਦੀ ਪਾਲਿਸੀ ਜਿਹੜੀ ਹੈਗੀ ਉਹ ਕੀ ਹੈ ਕਿ ਸੈਲ ਆਪਾਂ ਨੇ ਕਿਸ 'ਤੇ ਕਰਨਾ, ਕੈਸ਼ ਬੇਸਿਸ 'ਤੇ ਕਰਨਾ। 2015 ਦੇ ਵਿੱਚ ਫਸਟ ਕੰਪਨੀ ਜਿਹੜੀ ਹੈਗੀ ਨੰਬਰ 1 ਪੋਜੀਸ਼ਨ 'ਤੇ ਗਈ ਸੀਗੀ। ਹੈਜ਼ ਬੀਨ ਥ੍ਰੈਟਨਡ ਬਿਕੋਜ਼ ਅਦਰ ਕੰਪਨੀ ਸਟਾਰਟਡ ਸੈਲਿੰਗ ਰਾਈਸ ਔਨ ਕ੍ਰੈਡਿਟ ਆਲਸੋ। ਹੁਣ ਇਹ ਕੰਪਨੀ ਜਿਹੜੀ ਸੀਗੀ ਫਸਟ ਟਾਈਮ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇਹਨਾਂ ਨੂੰ ਥ੍ਰੈਟ ਫੇਸ ਕਰਨਾ ਪਿਆ ਸੀਗਾ 2015 ਦੇ ਵਿੱਚ, ਕਿਉਂਕਿ ਬਾਕੀ ਕੰਪਨੀ ਜਿਹੜੀ ਸੀਗੀ ਉਧਾਰੀ 'ਤੇ ਸਮਾਨ ਵੇਚਣ ਲੱਗ ਗਈਆਂ ਸੀ ਆਪਣਾ। ਬਟ ਦਾ ਮੈਨੇਜਰ ਆਫ ਸੁਪਰ ਲਿਮਿਟਡ ਇਸਨੇ ਆਪਣਾ ਉਹੀ ਪਲਾਨ ਦੇ ਉੱਪਰ ਕੰਮ ਕਰਨਾ ਸ਼ੁਰੂ ਕਰਦਾ ਰਿਹਾ, ਓਨਲੀ ਕੈਸ਼, ਪਰ ਇਹ ਵਰਕ ਨਹੀਂ ਕੀਤਾ। ਦਿਸ ਲੈਡ ਟੂ ਡਿਕਲਾਈਨ ਇਨ ਦ ਸੇਲਸ ਆਫ ਸੁਪਰ ਰਾਈਸ ਲਿਮਿਟਡ, ਜਿਹਦੇ ਕਰਕੇ ਉਹਨਾਂ ਦੀ ਸੇਲਸ ਘਟ ਗਈਆਂ। ਤਾਂ ਹੁਣ ਕੁਐਸਚਨਸ ਕੀ ਹੈ, ਵਟ ਵਾਜ਼ ਦ ਮਾਰਕੀਟ ਸ਼ੇਅਰ ਆਫ ਸੁਪਰ ਫਾਈਨ ਰਾਈਸ ਲਿਮਿਟਡ ਬਿਫੋਰ ਦ ਡਿਕਲਾਈਨ। ਤਾਂ ਆਪਣੇ ਕੋਲ ਆਂਸਰ ਕਲੀਅਰ ਹੈ, 55% ਸੀਗਾ, ਠੀਕ ਹੈ ਨਾ। ਤਾਂ ਆਪਸ਼ਨ ਵਿਲ ਬੀ ਸੀ। ਕੰਪਨੀ ਸੇਲਸ ਪॉलिसी ਕੀ ਸੀਗੀ, ਸੇਲਸ ਔਨ ਕੈਸ਼ ਓਨਲੀ, ਸੈਲਿੰਗ ਓਨਲੀ ਫॉर ਕੈਸ਼। ਉਸ ਤੋਂ ਬਾਅਦ ਵਟ ਚੇਂਜਸ ਡਿਡ ਦ ਕੰਪੀਟੀਟਰਸ ਮੇਕ ਦੈਟ ਅਫੈਕਟ ਦ, ਤੇ ਚੇਂਜਸ ਉਹਨੇ ਸਿੰਪਲੀ ਉਧਾਰੀ ਦੇ ਮਾਲ ਵੇਚਣਾ ਸ਼ੁਰੂ ਕਰ ਦਿੱਤਾ ਸੀਗਾ, ਸਟਾਰਟਿੰਗ ਸੈਲਿੰਗ ਰਾਈਸ ਔਨ ਦ ਕ੍ਰੈਡਿਟ ਬੇਸਿਸ। ਵਿਚ ਲਿਮਿਟੇਸ਼ਨ ਆਫ ਪਲੈਨਿੰਗ ਇਜ਼ ਹਾਈਲਾਈਟਡ ਬਾਈ ਦ ਮੈਨੇਜਰ ਕੰਟੀਨਿਊਸ ਟੂ ਫੋਲੋ ਓਲਡ ਸਟ੍ਰੈਟਜੀ। ਪੂਰੇ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕਿਹੜੀ ਲਿਮਿਟੇਸ਼ਨ ਜਿਹੜੀ ਹੈਗੀ ਆਪਾਂ ਨੂੰ ਫੇਸ ਕਰਨੀ ਪੈ ਰਹੀ ਹੈਗੀ ਹੈ, ਪਲੈਨਿੰਗ ਲੀਡਸ ਟੂ ਰਿਜਿਡਿਟੀ, ਮਤਲਬ ਉਹਦੀ ਸੋਚਣ ਦੀ ਸਮਤਾ ਹੀ ਖਤਮ ਕਰ ਦਿੱਤੀ ਬੇਸਿਕਲੀ, ਠੀਕ ਹੈ ਨਾ। ਵੀ ਉਸਨੇ ਸੋਚਿਆ ਸੀਗਾ ਵੀ ਹਾਂ ਆਪਾਂ ਉਸੇ ਦੇ ਉੱਪਰ ਆਪਣਾ ਸਟ੍ਰਿਕਟ ਕਰਾਵਾਂਗੇ, ਪਾਲਿਸੀ ਦੇ ਉੱਪਰ ਉਸਨੂੰ ਚੇਂਜ ਨਹੀਂ ਕਰਾਂਗੇ, ਤਾਂ ਸਟੈਟਿਕ ਹੋ ਗਿਆ ਸੀ ਨਾ ਇੱਕ ਤਰ੍ਹਾਂ ਦਾ। ਤਾਂ ਸਟੈਟਿਕ ਦਾ ਮਤਲਬ ਕੀ ਹੈ, ਰਿਜਿਡ ਬਣਾ ਦਿੱਤਾ ਸੀਗਾ ਉਸ ਚੀਜ਼ ਨੇ ਉਸਨੂੰ। ਵਿਚ ਇੰਪੋਰਟੈਂਟ ਲਿਮਿਟੇਸ਼ਨ ਆਫ ਪਲੈਨਿੰਗ ਇਜ਼ ਰਿਫਲੈਕਟਡ ਬਾਈ ਦ ਸਟੇਟਮੈਂਟ ਆਫ ਇਨਵਾਇਰਮੈਂਟ ਇਜ਼ ਨਾਟ static dynamic business environment, planning does not work in dynamic business environment, ठीक है। And lastly, what was the result of super decline in sales, ठीक है। So these are the basic answers ਜਿਹੜੇ ਕਿ ਆਪਾਂ ਨੇ ਦਿੱਤੇ ਹੈਗੇ ਆਪਣੇ MCQs ਦੇ, ਠੀਕ ਹੈ, based on paragraph। next ਇਸ ਤੋਂ ਬਾਅਦ ਦਸੰਬਰ 2024 ਦੇ ਵਿੱਚ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ ਜਿਹੜੀ ਹੈਗੀ ਇਸ਼ੂ ਕਰ ਰਹੀ ਹੈਗੀ ਸ਼ੋਕੋਸ ਨੋਟਿਸ ਟੂ ਦਾ ਓਲਾ ਇਲੈਕਟ੍ਰਿਕ। 2024 ਦੇ ਵਿੱਚ ਓਲਾ ਇਲੈਕਟ੍ਰਿਕ ਦੇ ਉੱਪਰ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਬੇਸਿਕਲੀ ਸੁਣਵਾਈ ਹੋਈ ਹੈ, ਕਿਉਂਕਿ ਉਹਨਾਂ ਦੇ ਉੱਪਰ ਕੰਜ਼ਿਊਮਰ ਕੰਪਲੇਂਟਸ ਬਹੁਤ ਜ਼ਿਆਦਾ ਆ ਰਹੀਆਂ ਸੀਗੀਆਂ। ਹਾਂ ਤੁਹਾਨੂੰ ਦੇਖਿਆ ਹੋਏਗਾ ਕਾਫੀ ਹੱਦ ਤੱਕ ਲੋਕ ਜਿਹੜੇ ਸੀਗੇ ਵੀਡੀਓਜ਼ ਵਾਇਰਲ ਕਰ ਰਹੇ ਸੀਗੇ ਕਿ ਇਹਨਾਂ ਦੇ ਸਕੂਟੀਜ਼ ਜਿਹੜੀ ਹੈਗੀਆਂ ਉਹ ਜਲਦੀ ਗਰਮ ਹੋ ਜਾਂਦੀ ਹੈ, ਬੈਟਰੀਜ਼ ਹੀਟਅਪ ਹੋ ਜਾਂਦੀ ਹੈਗੀਆਂ, ਈਵਨ ਕਿ ਸਮਟਾਈਮਸ ਅੱਗ ਵੀ ਲੱਗ ਜਾਂਦੀ ਹੈ ਉਹਨਾਂ ਦੇ ਅੰਦਰ, ਠੀਕ ਹੈ ਨਾ। ਸੋ ਕਸਟਮਰ ਰਿਪੋਰਟਸ ਇਸ਼ੂਡ ਸਚ ਐਜ਼ ਫਾਲਟੀ ਇਲੈਕਟ੍ਰਿਕ ਸਕੂਟਰਸ, ਡਿਲੇਡ ਡਿਲੀਵਰੀਜ਼ ਔਰ ਇਨਐਡਿਕੁਏਟ ਆਫਟਰ ਸੇਲ ਸਰਵਿਸਿਜ਼। ਪਰ ਮੇਨ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਪ੍ਰੋਬਲਮਸ ਕਿਸ ਚੀਜ਼ ਦੀਆਂ ਫੇਸ ਕਰਨੀਆਂ ਪੈ ਰਹੀਆਂ ਸੀ ਕਸਟਮਰਸ ਨੂੰ, ਕਿ ਇੱਕ ਤਾਂ ਆਫਟਰ ਸੇਲ ਸਰਵਿਸਿਜ਼ ਕਾਫੀ ਜ਼ਿਆਦਾ ਇਨਐਡਿਕੁਏਟ ਹੈਗੀਆਂ, ਮਤਲਬ ਸਕੂਟੀਜ਼ ਵੇਚਣ ਤੋਂ ਬਾਅਦ ਸਰਵਿਸ ਵਗੈਰਾ ਜਿਹੜੀ ਸਹੀ ਤਰੀਕੇ ਨਾਲ ਨਹੀਂ ਕਰ ਪਾ ਰਹੇ, ਡਿਲੀਵਰੀ ਡਿਲੇ ਹੋ ਰਹੀ ਹੈਗੀ ਹੈ, ਔਰ ਇਲੈਕਟ੍ਰਿਕ ਸਕੂਟੀਜ਼ ਦੇ ਵਿੱਚ ਕੀ ਹੈ ਕੁਝ ਫਾਲਟਸ ਹੈਗੀਆਂ। ਸਮ ਈਵਨ ਸ਼ੇਅਰ ਦਾ ਵੀਡੀਓਜ਼ ਆਫ ਡਿਫੈਕਟਿਵ ਸਕੂਟਰਸ ਐਂਡ ਅਨਰਿਸਪੌਂਸਿਵ ਸਰਵਿਸ ਸੈਂਟਰਸ, ਡਿਸਪਾਈਟ ਓਲਾ ਕਲੇਮ ਕਿ ਉਹਨਾਂ ਨੇ ਕੀ ਕੀਤਾ ਹੈਗਾ, ਰਿਜ਼ੋਲਵ ਕੀਤੇ 99% ਆਫ ਦ ਕੰਪਲੇਂਟਸ। The CCBA found discrepancies and initiated a class action suit against the company, but ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ ਜਿਹੜੀ ਸੀਗੀ ਉਹਨਾਂ ਤੋਂ ਇਹ ਸੈਟੀਸਫਾਈਡ ਨਹੀਂ ਸੀਗੀ ਕਿ ਇਹਨਾਂ ਨੇ 99% ਪ੍ਰੋਬਲਮ ਸੋਲਵ ਕੀਤੀਆਂ, ਜਿਸ ਕਰਕੇ ਉਹਨਾਂ ਨੇ ਕੇਸ ਫਾਈਲ ਕਰ ਦਿੱਤਾ। ਔਰ ਇਸ ਦੇ ਕਰਕੇ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕੁਝ ਸਿਗਨੀਫਿਕੈਂਟ ਚੇਂਜਸ ਜਿਹੜੀ ਹੈਗੀਆਂ ਇਨਫੋਰਸ ਕਰਨੀਆਂ ਪਈਆਂ ਆਪਾਂ ਨੂੰ ਕੰਜ਼ਿਊਮਰ ਰਾਈਟਸ ਦੇ ਅੰਦਰ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਦੇ ਵਿੱਚ। ਤਾਂ ਹੁਣ ਸਭ ਤੋਂ ਪਹਿਲਾਂ ਕਦੋਂ CCBA ਜਿਹੜੀ ਹੈਗੀ ਹੈ ਨੋਟਿਸ ਜਿਹੜੀ ਹੈਗੀ ਜਾਰੀ ਕਰ ਰਹੀ ਹੈ ਓਲਾ ਇਲੈਕਟ੍ਰਿਕ ਨੂੰ, ਪਹਿਲੀ ਲਾਈਨ 'ਚ ਸੀਗਾ ਅਕਤੂਬਰ 2024। ਸੋ ਅਕਤੂਬਰ 2024 what were the primary consumer complaints against the Ola? Faulty scooters, delayed deliveries and poor after sale services. How did the customer prove evidence of the defective scooters? Videos share ਕੀਤੀਆਂ ਸੀਗੀਆਂ। CCBA do after discrepancies on Ola claim issued a public apology, initiated a lawsuit file ਕਰ ਦਿੱਤਾ ਜੀ ਇਹਨਾਂ ਦਾ। And what service related issues was highlighted in the complaints? Service related ਅਗਰ ਆਪਾਂ ਲਗਾ ਕੇ ਦੇਖੀਏ ਤਾਂ inadequate after sale services। And lastly,
What key differences lead to the CCP's legal action? ओला इलेक्ट्रिकल फॉल्स एडवर्टीजमेंट क्लेम्स मिस में ये देखो, ये वाला ऑप्शन भी मिसमैच हुआ ਸੀਗਾ। ਉਹ ਤਾਂ ਕਹਿੰਦੇ ਸੀ 99% ਸਾਨੂੰ ਪ੍ਰੋਬਲਮ ਸੋਲਵ ਕਰ ਦਿੱਤੀਆਂ, ਬਟ ਕਸਟਮਰਸ ਤਾਂ ਕੀ ਕਹਿ ਰਹੇ ਕਿ ਸਾਡੀ ਪ੍ਰੋਬਲਮ ਨਹੀਂ ਸੋਲਵ ਹੋ ਰਹੀਆਂ ਹੈਗੀਆਂ, ਤਾਂ ਇਸੇ ਕਰਕੇ ਸੀਸੀਬੀ ਨੇ ਲੀਗਲ ਐਕਸ਼ਨ ਲਿੱਤਾ। ਚਲੋ ਮੂਵਿੰਗ ਟੂ ਲਾਸਟ ਪਾਰਟ, ਸੈਕਸ਼ਨ ਨੰਬਰ E, ਜਿਸ 'ਚ ਆਪਣੇ ਕੋਲ 6 ਨੰਬਰ ਦੇ 2 ਕੁਐਸਚਨਸ ਆਣੇ, ਤੇ ਇਹਦੇ ਨਾਲ ਆਪਣਾ ਸੈਂਪਲ ਪੇਪਰ ਜਿਹੜਾ ਹੈਗਾ ਕੰਪਲੀਟ ਹੋ ਜਾਏਗਾ। ਠੀਕ ਹੈ, ਪਹਿਲਾ ਕੁਐਸਚਨ ਆਪਣੇ ਕੋਲ ਕੀ ਹੈ, ਡਿਸਕ੍ਰਾਈਬ ਐਨੀ 6 ਇੰਪੋਰਟੈਂਸ ਆਫ ਡੈਲੀਗੇਸ਼ਨ। ਡੈਲੀਗੇਸ਼ਨ ਦਾ ਪਾਰਟ ਜਿਹੜਾ ਸੀਗਾ ਮੈंने ਕਿਹਾ ਸੀਗਾ ਕਿ ਇੰਪੋਰਟੈਂਟ ਹੈਗਾ। ਤਾਂ ਡੈਲੀਗੇਸ਼ਨ ਦਾ ਸਿੰਪਲੀ ਮੀਨਿੰਗ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਹੁੰਦਾ ਕੀ ਹੈਗਾ ਕਿ ਆਪਾਂ ਅੱਜ ਦੀ ਡੇਟ ਦੇ ਵਿੱਚ ਅਥਾਰਟੀ, ਰਿਸਪੌਂਸਿਬਿਲਿਟੀ ਦੀ ਜਿਹੜੀ ਅਕਾਊਂਟੇਬਿਲਿਟੀ ਹੈਗੀ ਹੈ ਉਹ ਟ੍ਰਾਂਸਫਰ ਕਰ ਰਹੇ ਹਾਂ ਆਪਣੇ ਸਬਆਰਡੀਨੇਟਸ ਨੂੰ, ਤਾਂ ਕਿ ਉਹ ਕੰਮ ਜਿਹੜਾ ਹੈਗਾ ਸਹੀ ਤਰੀਕੇ ਨਾਲ ਕਰ ਸਕਣ। ਤਾਂ ਉਹਦਾ ਸਭ ਤੋਂ ਵੱਡਾ ਐਡਵਾਂਟੇਜ ਕਿਸ ਚੀਜ਼ ਦੇ ਵਿੱਚ ਮਿਲੇਗਾ? ਮੈਨੇਜਮੈਂਟ ਐਫੀਸ਼ੀਐਂਸੀ ਇੰਕਰੀਜ਼ ਹੋਏਗੀ, ਹੈਲਪਸ ਇਨ ਇੰਕਰੀਜ਼ਿੰਗ ਮੈਨੇਜਰੀਅਲ ਐਫੀਸ਼ੀਐਂਸੀ। ਠੀਕ ਹੈ ਨਾ, ਰੀਜ਼ਨ ਮੈਨੇਜਰਸ ਜਿਹੜੇ ਹੈਗੇ ਉਹਨਾਂ ਦਾ ਵਰਕਲੋਡ ਕਾਫੀ ਹੱਦ ਤੱਕ ਰਿਡਿਊਸ ਹੋ ਜਾਏਗਾ, ਕਿਉਂਕਿ ਮੈਨੇਜਰ ਅਗਰ ਆਪਣੀ ਅਥਾਰਟੀ, ਰਿਸਪੌਂਸਿਬਿਲਿਟੀ ਡੈਲੀਗੇਟ ਕਰੇਗਾ ਆਪਣੇ ਸਬਆਰਡੀਨੇਟਸ ਨੂੰ, ਸਾਰੀ ਨਹੀਂ, ਕੁਝ ਲਿਮਿਟੇਸ਼ਨਸ ਤੱਕ। ਠੀਕ ਹੈ ਨਾ, ਤਾਂ ਸਬਆਰਡੀਨੇਟ ਜਿਹੜੇ ਹੈਗੇ ਉਹ ਰਿਸਪੌਂਸੀਬਲ ਹੋਣਗੇ ਕੰਮ ਨੂੰ ਪੂਰਾ ਕਰਾਉਣ ਦੇ ਲਈ, ਜਿਸ ਕਰਕੇ ਮੈਨੇਜਰ ਦਾ ਜਿਹੜਾ ਵਰਕਲੋਡ ਹੈਗਾ ਉਹ ਕਾਫੀ ਹੱਦ ਤੱਕ ਰਿਡਿਊਸ ਹੋ ਜਾਏਗਾ ਔਰ ਉਹ ਫੋਕਸ ਕਰ ਸਕਦਾ ਅਦਰ ਐਕਟੀਵਿਟੀਜ਼ ਦੇ ਉੱਪਰ। ਠੀਕ ਹੈ ਨਾ, ਸੋ ਹੈਲਪ ਕਰੇਗਾ ਮੈਨੇਜਰੀਅਲ ਐਫੀਸ਼ੀਐਂਸੀ ਨੂੰ ਇਨਕਰੀਜ਼ ਕਰਨ 'ਚ। ਇਸ ਤੋਂ ਇਲਾਵਾ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇੰਡੀਵਿਜੂਅਲ ਡਿਵੈਲਪਮੈਂਟ ਹੋਏਗੀ ਇੰਪਲੋਈਜ਼ ਦੀ, ਪ੍ਰਮੋਟਸ ਇੰਡੀਵਿਜੂਅਲ ਡਿਵੈਲਪਮੈਂਟ ਆਫ ਇੰਪਲੋਈਜ਼। ਠੀਕ ਹੈ ਨਾ, ਉਹਨਾਂ ਦਾ ਲੈਵਲ ਆਫ ਐਕਸਪੀਰੀਅੰਸ ਇੰਕਰੀਜ਼ ਹੋਏਗਾ, ਰਿਸਪੌਂਸਿਬਿਲਿਟੀ ਵਧੇਗੀ ਅਗਰ ਇੰਡੀਵਿਜੂਅਲ ਡਿਵੈਲਪਮੈਂਟ ਆਫ ਇੰਪਲੋਈਜ਼। ਆਰਗੇਨਾਈਜੇਸ਼ਨ ਦੇ ਵਿੱਚ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇੱਕ ਫਰੇਮਵਰਕ ਮੇਨਟੇਨ ਹੋਏਗਾ ਸੁਪੀਰੀਅਰ ਸਬਆਰਡੀਨੇਟ ਦਾ, ਕਿਸ ਕੋਲ ਅਥਾਰਟੀ ਜ਼ਿਆਦਾ, ਕਿਸ ਕੋਲ ਅਥਾਰਟੀ ਘੱਟ ਹੈ, ਕਿਸ ਕੋਲ ਰਿਸਪੌਂਸਿਬਿਲਿਟੀ ਜ਼ਿਆਦਾ, ਕਿਸ ਕੋਲ ਰਿਸਪੌਂਸਿਬਿਲਿਟੀ ਘੱਟ ਹੈ, ਅਕਾਊਂਟੇਬਿਲਿਟੀ ਕਿਹਦੀ ਜ਼ਿਆਦਾ ਕਿਹਦੀ ਨਹੀਂ ਹੈ। ਤਾਂ ਇਹਨਾਂ ਚੀਜ਼ਾਂ ਦਾ ਨਾਲ ਇੱਕ ਸਟਰਕਚਰ ਜਿਹੜਾ ਹੈਗਾ ਆਰਗੇਨਾਈਜੇਸ਼ਨ ਦਾ ਬਿਲਡ ਹੋਏਗਾ। ਤਾਂ ਸਟਰਕਚਰ, ਇੱਕ ਮਿੰਟ, ਬਿਲਡਿੰਗ ਸਟਰਕਚਰ ਆਫ ਆਰਗੇਨਾਈਜੇਸ਼ਨ, ਜਾਂ ਫਿਰ ਆਪਾਂ ਫਰੇਮਵਰਕ ਕਹਿ ਸਕਦੇ ਹਾਂ, ਆਰਗੇਨਾਈਜੇਸ਼ਨ ਦੀ ਵਰਕਿੰਗ ਦਾ ਜਿਹੜਾ ਹੈਗਾ ਤਿਆਰ ਹੋਏਗਾ। ਇਸ ਤੋਂ ਇਲਾਵਾ ਅਗਰ ਆਪਾਂ ਲਗਾ ਕੇ ਦੇਖੀਏ ਹੋਰ ਕੀ ਦੇਖਣ ਨੂੰ ਮਿਲੇਗਾ ਆਪਾਂ ਨੂੰ, ਮੋਟੀਵੇਸ਼ਨ ਫॉर ਸਬਆਰਡੀਨੇਟਸ। ਹੁਣ ਉਹ ਇਸ ਚੀਜ਼ ਤੋਂ ਮੋਟੀਵੇਸ਼ਨ ਫੀਲ ਕਰਨਗੇ ਦੈਟ ਉਹਨਾਂ ਕੋਲ ਅਥਾਰਟੀ ਹੈਗੀ ਹੈ। ਹੁਣ ਜਿਵੇਂ ਕਲਾਸ 'ਚ ਅਗਰ ਆਪਾਂ ਇੱਕ ਮੋਨੀਟਰ ਖੜਾ ਕਰਕੇ ਜਾਂਦੇ ਹੈਗੇ ਤਾਂ ਉਸਨੂੰ ਕੁਝ ਪਾਵਰਸ ਦੇ ਦਿੰਦੇ ਹੈਗੇ ਤਾਂ ਮੋਟੀਵੇਟਿਡ ਫੀਲ ਕਰਦਾ ਹੈਗਾ ਕਿ ਹਾਂ ਭਾਈ ਪੂਰੀ ਕਲਾਸ ਦੇ ਵਿੱਚੋਂ ਮੈਨੂੰ ਚੂਜ਼ ਕੀਤਾ ਗਿਆ ਹੈਗਾ ਔਰ ਮੇਰੇ ਉੱਪਰ ਰਿਸਪੌਂਸਿਬਿਲਿਟੀ ਦਿੱਤੀ ਗਈ ਕਿ ਮੈंने ਕਲਾਸ ਨੂੰ ਹੈਂਡਲ ਕਰਨਾ ਹੈਗਾ। ਸੋ ਇਟ ਪਲੇਜ਼ ਅ ਰੋਲ ਆਫ ਮੋਟੀਵੇਸ਼ਨ ਫॉर द ਇੰਡੀਵਿਜੂਅਲਸ। ਠੀਕ ਹੈ ਨਾ, ਬਾਕੀ ਕੋਆਰਡੀਨੇਸ਼ਨ ਕਾਫੀ ਹੱਦ ਤੱਕ ਜਿਹੜੀ ਹੈਗੀ ਬੈਟਰ ਹੋ ਜਾਂਦੀ ਹੈ ਆਰਗੇਨਾਈਜੇਸ਼ਨ ਦੀ, ਬੈਟਰ ਕੋਆਰਡੀਨੇਸ਼ਨ ਆਫ ਆਰਗੇਨਾਈਜੇਸ਼ਨ। ਇਸ ਤੋਂ ਇਲਾਵਾ ਸਿੰਪਲ ਜਿਹਾ ਇੱਕ ਪੁਆਇੰਟ ਤੁਸੀਂ ਇਹ ਲਿਖ ਸਕਦੇ ਹੋ, ਗਰੋਥ ਐਂਡ ਐਕਸਪੈਂਸ਼ਨ ਦੇ ਵਿੱਚ ਹੈਲਪ ਕਰਦਾ ਬਿਜ਼ਨਸ ਦੀ, ਗਰੋਥ ਐਂਡ ਐਕਸਪੈਂਸ਼ਨ, ਕਿਉਂਕਿ ਡੀਸੈਂਟਰਲਾਈਜੇਸ਼ਨ ਹੋ ਰਹੀ ਹੈ ਇਨਡਾਇਰੈਕਟਲੀ ਅਗਰ ਆਪਾਂ ਲਗਾ ਕੇ ਦੇਖੀਏ। ਠੀਕ ਹੈ ਨਾ, ਸੋ growth and expansion of organization. So these are the key points of importance of delegation. 6 points ਇਹਨਾਂ ਨੇ ਕਿਹਾ ਸੀਗੇ। ਠੀਕ ਹੈ, ਉਹ ਆਪਾਂ ਨੇ ਮੈਂਸ਼ਨ ਕਰ ਦਿੱਤੇ ਹੈਗੇ। ਮੂਵਿੰਗ ਟੂ ਨੈਕਸਟ ਕੁਐਸਚਨ, ਕੋਈ 6 ਆਪਾਂ ਨੇ ਮੇਜਰਸ ਦੱਸਣੇ ਤਾਂ ਕਿ ਆਪਣੀ ਕਮਿਊਨੀਕੇਸ਼ਨ ਦੇ ਬੈਰੀਅਰਸ ਨੂੰ ਆਪਾਂ ਕਰ ਸਕੀਏ, ਓਵਰਕਮ ਕਰ ਸਕੀਏ ਔਰ ਇੰਪਰੂਵ ਕਰ ਸਕੀਏ ਆਪਣੀ ਕਮਿਊਨੀਕੇਸ਼ਨ ਨੂੰ। ਹੁਣ ਆਪਾਂ ਨੂੰ ਪਤਾ ਹੈ ਕਿ ਆਰਗੇਨਾਈਜੇਸ਼ਨ ਦੇ ਵਿੱਚ ਅਗਰ ਆਪਣੇ ਟਾਸਕ ਸਹੀ ਤਰੀਕੇ ਨਾਲ ਕੰਪਲੀਟ ਕਰਨੇ, ਆਪਣੇ ਆਬਜੈਕਟਿਵ ਸਹੀ ਤਰੀਕੇ ਨਾਲ ਕੀ ਕਰਨੇ, ਅਚੀਵ ਕਰਨੇ ਹੈਗੇ, ਤਾਂ ਮੈਨੇਜਰ ਨੂੰ ਜਾਂ ਫਿਰ ਟਾਪ ਅਥਾਰਟੀਜ਼ ਨੂੰ ਜੋ ਵੀ ਇੰਸਟਰਕਸ਼ਨਸ ਹੈਗੀਆਂ ਉਹ ਕਲੀਅਰਲੀ ਜਿਹੜੀ ਕਿ ਇੰਡੀਕੇਟ ਕਰਨੀ ਪਈਆਂ ਕਿਸ ਨੂੰ, ਲੋਅਰ ਲੈਵਲ ਆਫ ਮੈਨੇਜਮੈਂਟ ਨੂੰ। ਅਗਰ ਇਸ ਦੇ ਵਿੱਚ ਕਮਿਊਨੀਕੇਸ਼ਨ ਗੈਪ ਆਏਗਾ ਤਾਂ ਉਹਨਾਂ ਦੇ ਆਬਜੈਕਟਿਵਸ ਅਚੀਵ ਨਹੀਂ ਹੋ ਪਾएंगे। ਠੀਕ ਹੈ ਨਾ, ਤਾਂ ਅਗਰ ਬੈਰੀਅਰਸ ਆ ਰਹੇ ਹਨ ਤਾਂ ਉਹਨਾਂ ਬੈਰੀਅਰਸ ਨੂੰ ਕਿਸ ਤਰੀਕੇ ਨਾਲ ਆਪਾਂ ਨੇ ਰਿਮੂਵ ਕਰਨਾ ਹੈਗਾ। ਠੀਕ ਹੈ ਨਾ, ਫਸਟ ਆਫ ਆਲ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਆਪਾਂ ਨੂੰ ਆਪਣੇ ਆਈਡੀਆਜ਼ ਵਿੱਚ ਕਲੈਰਿਟੀ ਰੱਖਣੀ ਚਾਹੀਦੀ ਹੈਗੀ ਹੈ। ਇੱਕ ਮਿੰਟ, ਕਲੈਰਿਟੀ ਇਨ ਥਾਟਸ, ਆਪਣੇ ਵਿਚਾਰ ਜਿਹੜੇ ਹੈਗੇ ਆਪਾਂ ਨੂੰ ਕਲੀਅਰ ਰੱਖਣੇ ਚਾਹੀਦੇ ਹੈਗੇ, ਤਾਂ ਹੀ ਆਪਾਂ ਸਹੀ ਇਨਫੋਰਮੇਸ਼ਨ ਜਿਹੜੀ ਹੈਗੀ ਅੱਗੇ ਪਾਸ ਔਨ ਕਰ ਪਾਵਾਂਗੇ। ਠੀਕ ਹੈ ਨਾ, ਅਗਰ ਆਪਾਂ ਖੁਦ ਹੀ ਕਨਫਿਊਜ਼ਡ ਹੈਗੇ ਤਾਂ ਦੂਸਰੇ ਬੰਦੇ ਨੂੰ ਕਿਸ ਇਨਫੋਰਮੇਸ਼ਨ ਕਿਸ ਤਰੀਕੇ ਨਾਲ ਸਹੀ ਪਾਸ ਕਰ ਸਕਦੇ ਹਾਂ ਆਪਾਂ। ਠੀਕ ਹੈ ਨਾ, ਇਸ ਤੋਂ ਇਲਾਵਾ ਯੂਜ਼ ਆਫ ਐਪਰੋਪ੍ਰੀਏਟ ਲੈਂਗੁਏਜ, ਜਿਹੜੀ ਲੈਂਗੁਏਜ ਦੇ ਵਿੱਚ ਵਰਕਰਸ ਕੰਫਰਟੇਬਲ ਹੈਗੇ ਹੈ, ਮੈਨੇਜਮੈਂਟ ਕੰਫਰਟੇਬਲ ਹੈਗੀ ਹੈ, ਉਸ ਲੈਂਗੁਏਜ ਦੇ ਵਿੱਚ ਆਪਾਂ ਨੇ ਕਰਨੀ ਹੈਗੀ ਇਨਫੋਰਮੇਸ਼ਨ ਪਾਸ ਆਊਟ ਕਰਨੀ ਹੈਗੀ ਹੈ। ਠੀਕ ਹੈ ਨਾ, ਯੂਜ਼ ਆਫ ਐਪਰੋਪ੍ਰੀਏਟ ਲੈਂਗੁਏਜਸ। ਇਸ ਤੋਂ ਇਲਾਵਾ ਆਪਾਂ ਬੋਡੀ ਲੈਂਗੁਏਜ ਦਾ ਇਸਤੇਮਾਲ ਕਰਾਂਗੇ। ਠੀਕ ਹੈ ਨਾ, ਤਾਂ ਪ੍ਰੋਪਰ ਯੂਜ਼ ਆਫ ਬੋਡੀ ਲੈਂਗੁਏਜ, ਬੋਡੀ ਲੈਂਗੁਏਜ ਕਾਫੀ ਹੱਦ ਤੱਕ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇੰਪੋਰਟੈਂਟ ਰੋਲ ਪਲੇ ਕਰਦਾ ਕਮਿਊਨੀਕੇਸ਼ਨ ਜਦੋਂ ਤੁਸੀਂ ਕਰ ਰਹੇ ਹੁੰਦੇ ਹੋ, ਮਤਲਬ ਆਪਣੇ ਮਤਲਬ ਫੈਕਟਸ ਜਾਂ ਆਈਡੀਆਜ਼ ਕੀ ਕਰ ਰਹੇ ਹੁੰਦੇ ਹੋ, ਡਿਲੀਵਰ ਕਰ ਰਹੇ ਹੁੰਦੇ ਹੋ, ਤਾਂ ਬੋਡੀ ਲੈਂਗੁਏਜ।
ਇਸ ਤੋਂ ਇਲਾਵਾ ਯੂਜ਼ ਆਫ ਕਰੈਕਟ ਮੀਡੀਆ ਚੈਨਲ, ਮਤਲਬ ਕਿਸ ਮਾਧਿਅਮ ਰਾਹੀਂ ਤੁਸੀਂ ਆਪਣੀ ਜਾਣਕਾਰੀ ਜਿਹੜੀ ਹੈਗੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਉਹਦੇ ਲਈ ਆਪਾਂ ਨੂੰ ਕਰਨੀ ਪਏਗੀ ਕਰੈਕਟ ਸਿਲੈਕਸ਼ਨ ਕਰਨੀ ਪਏਗੀ ਮੀਡੀਆ ਚੈਨਲ ਦੀ। ਲਾਈਕ ਤੁਸੀਂ ਟੈਲੀਫੋਨਿਕ ਕਨਵਰਸੇਸ਼ਨ ਕਰ ਰਹੇ ਹੈਗੇ ਹੋ, ਈਮੇਲਸ ਦੇ ਥਰੂ ਮੈਸੇਜ ਭੇਜ ਰਹੇ ਹੈਗੇ ਹੋ, ਤਾਂ ਉਹ ਐਪਰੋਪਰੀਏਟ ਹੋਣੇ ਚਾਹੀਦੇ ਮੈਥਡਸ ਔਰ ਫਾਸਟ ਹੋਣੇ ਚਾਹੀਦੇ ਤਾਂ ਕਿ ਇਨਫੋਰਮੇਸ਼ਨ ਜਿਹੜੀ ਕੀ ਹੈ ਟਾਈਮ ਦੇ ਉੱਪਰ ਕਨਵੇ ਕਰ ਸਕੀਏ ਆਪਾਂ। ਇਸ ਤੋਂ ਇਲਾਵਾ ਆਪਾਂ ਇਨਕਰੇਜ ਕਰਾਂਗੇ ਫੀਡਬੈਕ ਨੂੰ, ਠੀਕ ਹੈ ਨਾ, ਮਤਲਬ ਜਾਣਕਾਰੀ ਦੇਣ ਤੋਂ ਬਾਅਦ ਦੂਸਰਾ ਬੰਦਾ ਉਸ ਚੀਜ਼ ਤੋਂ ਕਿਆ ਸਮਝਿਆ ਹੈਗਾ ਉਹ ਆਪਾਂ ਨੂੰ ਪਤਾ ਕਰਨਾ ਪਏਗਾ, ਤਾਂ ਹੀ ਆਪਣੀ ਕਮਿਊਨੀਕੇਸ਼ਨ ਇਫੈਕਟਿਵ ਹੋ ਸਕਦੀ ਹੈ। ਤਾਂ ਆਪਾਂ ਹਮੇਸ਼ਾ ਇਨਕਰੇਜ ਕਰਾਂਗੇ ਕਿ ਇਸ ਚੀਜ਼ ਨੂੰ, ਫੀਡਬੈਕ ਨੂੰ। ਬਾਕੀ ਕਰੈਕਟ ਟਰਾਂਸਲੇਸ਼ਨਸ, ਸਮਟਾਈਮਸ ਕਿਸੇ ਇੱਕ ਪਰਟੀਕੂਲਰ ਜਗ੍ਹਾ ਦੇ ਉੱਪਰ ਕਨਵਰਸੇਸ਼ਨ ਦੇ ਵਿੱਚ ਕੁਝ ਟੈਕਨੀਕਲ ਵਰਡਸ ਹੁੰਦੇ ਹੈਗੇ ਹੈ ਜਿਨ੍ਹਾਂ ਦੀ ਸਮਝ ਹਰ ਇੱਕ ਬੰਦੇ ਨੂੰ ਨਹੀਂ ਹੁੰਦੀ ਹੈਗੀ, ਤਾਂ ਉੱਥੇ ਲੋੜ ਹੈਗੀ ਕਿ ਆਪਾਂ ਕਰੀਏ ਉਹਦੀ ਟਰਾਂਸਲੇਸ਼ਨ ਪ੍ਰੋਪਰ ਕਰੀਏ ਤਾਂ ਕਿ ਦੂਸਰਾ ਵਿਅਕਤੀ ਜਿਹੜਾ ਹੈਗਾ ਉਸ ਚੀਜ਼ ਨੂੰ ਸਮਝ ਸਕੇ। ਹੁਣ ਹਰ ਟਾਈਮ ਮੈਂ ਤੁਹਾਡੇ ਨਾਲ ਇੰਗਲਿਸ਼ 'ਚ ਅਗਰ ਗੱਲ ਕਰਦਾ ਰਹਾਂ, ਤੁਹਾਡੀ ਰੀਜਨਲ ਲੈਂਗੁਏਜ ਪੰਜਾਬੀ ਹੈਗੀ, ਅਗਰ ਮੈਂ ਧਿਆਨ ਨਾਲ ਨਾ ਸਮਝਾਂ ਔਰ ਤੁਹਾਡੇ ਨਾਲ ਕਨੈਕਟ ਨਾ ਕਰ ਪਾਵਾਂ ਤਾਂ ਕੋਈ ਫਾਇਦਾ ਨਹੀਂ ਹੈਗਾ ਆਪਣੀ ਕਮਿਊਨੀਕੇਸ਼ਨ ਦਾ, ਠੀਕ ਹੈ ਨਾ। ਸੋ ਟਰਾਂਸਲੇਸ਼ਨ ਸ਼ੁੱਡ ਬੀ ਕਰੈਕਟ। ਤਾਂ ਇਹ ਆਪਣੀ ਕੀ ਹੈ ਕੁਝ ਮੇਜਰਸ ਹੈ ਜਿਹਦੇ ਨਾਲ ਆਪਾਂ ਇਹ ਕਰ ਸਕਦੇ ਹਾਂ, ਆਪਣੇ ਕਮਿਊਨੀਕੇਸ਼ਨ ਬੈਰੀਅਰਸ ਨੂੰ ਰਿਮੂਵ ਕਰ ਸਕਦੇ ਹੈਗੇ ਔਰ ਇੱਕ ਇਫੈਕਟਿਵ ਕਮਿਊਨੀਕੇਸ਼ਨ ਜਿਹੜੀ ਹੈਗੀ ਉਹ ਸਟੈਬਲਿਸ਼ ਕਰ ਸਕਦੇ ਆਰਗੇਨਾਈਜੇਸ਼ਨ ਦੇ ਵਿੱਚ, ਠੀਕ ਹੈ। ਨੈਕਸਟ ਪਾਰਟ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕੀ ਕਹਿ ਰਹੇ हैं, ਐਡਵਰਟੀਜ਼ਮੈਂਟ ਆਪਣੇ ਆਪ 'ਚ ਕੀ ਇੱਕ ਨੈਸੈਸਰੀ ਈਵਲ ਹੈਗਾ, ਮਤਲਬ ਆਲਦੋ ਐਡਵਰਟੀਜ਼ਮੈਂਟ ਦੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕੁਝ ਡਿਸਐਡਵਾਂਟੇजेस ਆਪਣੇ ਕੋਲ ਹੈਗੀਆਂ, ਬਟ ਫਿਰ ਵੀ ਆਪਾਂ ਇਸ ਨੂੰ ਅਵੋਇਡ ਨਹੀਂ ਕਰ ਸਕਦੇ ਕੰਪਲੀਟਲੀ ਕਿ ਆਪਾਂ ਐਡਵਰਟੀਜ਼ਮੈਂਟ ਦੇ ਉੱਪਰ ਫੋਕਸ ਹੀ ਨਾ ਕਰੀਏ, ਜਾਂ ਫਿਰ ਆਰਗੇਨਾਈਜੇਸ਼ਨ ਦੇ ਵਿੱਚ ਆਪਾਂ ਐਡਵਰਟੀਜ਼ਮੈਂਟ ਕਰਨ ਦੇ ਉੱਪਰ ਕੋਈ ਜ਼ਿਆਦਾ ਧਿਆਨ ਹੀ ਨਾ ਦਈਏ। ਸੋ ਆਲਦੋ ਕਾਫੀ ਹੱਦ ਤੱਕ ਆਪਾਂ ਲਗਾ ਕੇ ਦੇਖੀਏ ਤਾਂ ਐਡਵਰਟੀਜ਼ਮੈਂਟ ਦੇ ਆਪਾਂ ਨੂੰ ਕੁਝ ਡਿਸਐਡਵਾਂਟੇजेस ਜਿਹੜੇ ਹੈਗੇ ਫੇਸ ਕਰਨੇ ਪੈਂਦੇ ਹੈਗੇ, ਬਟ ਇਹਨਾਂ ਡਿਸਐਡਵਾਂਟੇजेस ਦੇ ਬਾਵਜੂਦ ਆਪਾਂ ਨੂੰ ਐਡਵਰਟੀਜ਼ਮੈਂਟ ਕਰਨੀ ਹੀ ਪੈਂਦੀ ਹੈਗੀ ਹੈ। ਉਹਦੇ ਕਾਰਨ ਕੀ ਹੈਗੇ, ਠੀਕ ਹੈ, ਉਹ ਆਪਾਂ ਐਕਸਪਲੇਨ ਕਰਨੇ ਆ। ਤਾਂ ਇਸ 'ਚ ਫਸਟ ਪੁਆਇੰਟ ਆਪਣੇ ਕੋਲ ਕਿਸ ਚੀਜ਼ ਆ ਜਾਏਗਾ, ਐਡਵਰਟੀਜ਼ਮੈਂਟ ਕਿਤੇ ਨਾ ਕਿਤੇ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਅਵੇਅਰਨੈਸ ਤਾਂ ਕ੍ਰੀਏਟ ਕਰਦੀ ਹੈ ਕੰਜ਼ਿਊਮਰ ਦੇ ਮਾਈਂਡ 'ਚ, ਕਿ ਉਸਨੂੰ ਪਤਾ ਲੱਗਦਾ ਵੀ ਕਿਹੜੀ ਚੀਜ਼ ਸਹੀ ਹੈ ਜਿਹੜੀ ਕਿਹੜੀ ਚੀਜ਼ ਗਲਤ ਹੈਗੀ ਹੈ, ਠੀਕ ਹੈ ਨਾ। ਤਾਂ ਉਹ ਹਮੇਸ਼ਾ ਪ੍ਰੈਫਰ ਕਰਦਾ ਹੈਗਾ ਕਿ ਉਹ ਸਮਾਨ ਜਿਹੜਾ ਕਿ ਉਸਨੂੰ ਕੀ ਲੱਗ ਰਿਹਾ ਹੈਗਾ ਦੂਸਰੇ ਦੇ ਕੰਪੈਰੀਜ਼ਨ ਸਹੀ ਲੱਗ ਰਿਹਾ ਹੈਗਾ ਕਿ ਉਸ ਨੂੰ ਪਰਚੇਸ ਕਰੇ। ਬਾਕੀ ਉਹ ਅਲੱਗ-ਅਲੱਗ ਚੀਜ਼ਾਂ ਨੂੰ ਕੰਪੇਅਰ ਕਰ ਸਕਦਾ ਹੈਗਾ, ਪ੍ਰਾਈਸਿੰਗ ਪਾਲਿਸੀਜ਼ ਨੂੰ ਕੰਪੇਅਰ ਕਰ ਸਕਦਾ ਹੈਗਾ, ਫੀਚਰਸ ਨੂੰ ਕੰਪੇਅਰ ਕਰ ਸਕਦਾ ਹੈ, ਡਿਸਕਾਊਂਟਸ ਕਿੱਥੇ ਜ਼ਿਆਦਾ ਉਸਨੂੰ ਮਿਲ ਰਹੇ ਹੈਗੇ ਕਿੱਥੇ ਘੱਟ ਮਿਲ ਰਹੇ ਹੈਗੇ, ਇਹਨਾਂ ਚੀਜ਼ਾਂ ਨੂੰ ਈਜ਼ੀਲੀ ਕੀ ਕਰ ਸਕਦਾ ਹੈਗਾ, ਸਟੱਡੀ ਕਰ ਸਕਦਾ ਹੈਗਾ, ਠੀਕ ਹੈ। ਸੋ ਇਟ ਕ੍ਰੀਏਟਸ ਅਵੇਅਰਨੈਸ ਅਮੰਗ ਦਾ ਕੰਜ਼ਿਊਮਰਸ। ਬਾਕੀ ਬਿਜ਼ਨਸ ਦੀ ਸੇਲਸ ਨੂੰ ਇਨਕਰੀਜ਼ ਕਰਨ 'ਚ ਹੈਲਪ ਕਰਦਾ ਹੈਗਾ। ਕਾਫੀ ਹੱਦ ਤੱਕ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕੰਪੀਟੀਸ਼ਨ ਪ੍ਰਮੋਟ ਕਰਦਾ ਹੈਗਾ, ਕਿਉਂਕਿ ਕੰਪਨੀਜ਼ ਅਗਰ ਆਪਣੇ ਪ੍ਰੋਡਕਟ ਦੇ ਉੱਪਰ ਇੰਨਾ ਤਗੜਾ ਕਲੇਮ ਲੈ ਰਹੀ ਹੈ ਕਿ ਸਾਡਾ ਪ੍ਰੋਡਕਟ ਜਿਹੜਾ ਹੈਗਾ ਇਸ ਤਰੀਕੇ ਦੀ ਕੁਆਲਿਟੀ ਲੈ ਕੇ ਚੱਲਦਾ ਹੈਗਾ, ਤਾਂ ਉਹਦੇ ਨਾਲ ਦੂਸਰੀ ਕੰਪਨੀਜ਼ ਨੂੰ ਫੀਅਰ ਰਹਿੰਦਾ ਹੈਗਾ ਕਿ ਅਸੀਂ ਮਾਰਕੀਟ 'ਚ ਐਲੀਮੀਨੇਟ ਨਾ ਹੋ ਜਾਈਏ, ਤਾਂ ਉਹ ਵੀ ਬੈਟਰ ਕੁਆਲਿਟੀ ਪ੍ਰੋਡਕਟ ਜਿਹੜਾ ਹੈਗਾ ਆਫਰ ਕਰਨ ਨੂੰ ਤਿਆਰ ਹੋ ਜਾਂਦੀ ਹੈਗੀ ਹੈ। ਇਸ ਤੋਂ ਇਲਾਵਾ ਇੰਪਲੋਇਮੈਂਟ ਓਪਰਚੁਨਿਟੀਜ਼ ਕ੍ਰੀਏਟ ਹੁੰਦੀ ਇਹਦੇ ਨਾਲ, ਪਤਾ ਹੀ ਆਪਾਂ ਨੂੰ, ਠੀਕ ਹੈ ਨਾ। ਕ੍ਰੀਏਟਿੰਗ ਇੰਪਲੋਇਮੈਂਟ ਓਪਰਚੁਨਿਟੀਜ਼, ਇੱਕ ਲਾਰਜ ਸੈਕਟਰ ਜਿਹੜਾ ਹੈਗਾ ਆਪਣੇ ਕੋਲ ਸਰਵਿਸ ਸੈਕਟਰ ਦੇ ਵਿੱਚ ਉਹ ਐਡਵਰਟੀਜ਼ਮੈਂਟ ਦੇ ਥਰੂ ਹੀ ਜਿਹੜਾ ਹੈਗਾ ਇੰਪਲੋਇਮੈਂਟ ਹਾਸਿਲ ਕਰ ਰਿਹਾ ਉਸ ਦੀ ਡੇਟ ਦੇ ਵਿੱਚ। ਸੋ ਇਟ ਕ੍ਰੀਏਟਸ ਲਾਰਜ ਨੰਬਰ ਆਫ ਇੰਪਲੋਇਮੈਂਟ ਓਪਰਚੁਨਿਟੀਜ਼। ਬਾਕੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਆਪਣੀ ਇਕੋਨਮੀ ਨੂੰ ਸਪੋਰਟ ਪ੍ਰੋਵਾਈਡ ਹੁੰਦਾ ਹੈਗਾ, ਸਪੋਰਟ ਮੀਡੀਆ ਐਂਡ ਇਕੋਨਮੀ। ਜ਼ਿਆਦਾਤਰ ਆਪਾਂ ਲਗਾ ਕੇ ਦੇਖੀਏ ਤਾਂ ਨਿਊਜ਼ ਚੈਨਲਸ ਵੀ ਆਪਾਂ ਦੇਖਦੇ ਹਾਂ ਜਾਂ ਟੀ ਵੀ ਚੈਨਲਸ ਆਪਾਂ ਦੇਖਦੇ ਹੈਗੇ ਹਾਂ, ਤਾਂ ਉਹਦੇ ਉੱਪਰ ਐਡਵਰਟੀਜ਼ਮੈਂਟਸ ਆਉਂਦੀ ਹੈਗੀਆਂ, ਤਾਂ ਬੇਸਿਕਲੀ ਇਟ ਇਜ਼ ਅ ਸੋਰਸ ਆਫ ਫਾਈਨਾਂਸ ਜਾਂ ਪੈਸਾ ਕਮਾਉਣ ਦਾ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇੱਕ ਜ਼ਰੀਆ ਬਣਦਾ ਹੈਗਾ, ਔਰ ਕਾਫੀ ਹੱਦ ਤੱਕ ਫਾਈਨੈਂਸ਼ੀਅਲ ਸਪੋਰਟ ਜਿਹੜਾ ਹੈਗਾ ਇਹ ਮੀਡੀਆ ਤੇ ਆਪਣੀ ਇਕੋਨਮੀ ਨੂੰ ਜਿਹੜਾ ਹੈਗਾ ਪ੍ਰੋਵਾਈਡ ਕਰਦਾ ਹੈਗਾ। ਬਾਕੀ ਇੱਕ ਸਿੰਪਲ ਜਿਹਾ ਪੁਆਇੰਟ, ਐਜੂਕੇਟ ਕਰਦਾ ਕੰਜ਼ਿਊਮਰਸ ਨੂੰ ਕਿਆ ਲੈਣਾ ਕਿਆ ਨਹੀਂ ਲੈਣਾ ਹੈਗਾ, ਬੈਨੀਫਿਟਸ ਕੀ ਹੈਗੇ ਪ੍ਰੋਡਕਟ ਦੇ। ਸੋ ਇਟ ਐਜੂਕੇਟਸ ਅ ਕੰਜ਼ਿਊਮਰ। ਸੋ ਦੀਸ ਆਰ ਦ ਬੇਸਿਕ ਰੀਜ਼ਨਸ ਵਾਈ ਐਡਵਰਟੀਜ਼ਮੈਂਟ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਨੈਸੈਸਰੀ ਈਵਲ ਹੈ, ਠੀਕ ਹੈ। ਐਂਡ ਲਾਸਟਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਵਟ ਆਰ ਦ ਵੇਰੀਅਸ ਫੈਕਟਰਸ ਦੈਟ ਅਫੈਕਟਿੰਗ ਦ ਕੈਪੀਟਲ ਸਟਰਕਚਰ ਆਫ ਦ ਕੰਪਨੀ। ਕੈਪੀਟਲ ਸਟਰਕਚਰ ਦਾ ਪਰ ਮਤਲਬ ਪਤਾ ਹੈ, ਕੈਪੀਟਲ ਸਟਰਕਚਰ ਕੀ ਹੁੰਦਾ ਹੈਗਾ, ਕੰਪਨੀ ਦੇ ਵਿੱਚ ਇਕੁਇਟੀ ਡੈਟ ਦਾ ਕੰਬੀਨੇਸ਼ਨ ਜਿਹੜਾ ਹੁੰਦਾ ਉਸੇ ਨੂੰ ਆਪਾਂ ਨਾਮ ਵੀ ਦਿੰਦੇ ਹਾਂ ਆਪਣੇ ਕੈਪੀਟਲ ਸਟਰਕਚਰ ਦਾ, ਠੀਕ ਹੈ ਨਾ। ਸੋ ਕੰਬੀਨੇਸ਼ਨ ਆਫ ਇਕੁਇਟੀ ਐਂਡ ਡੈਟ ਇਨ ਕੰਪਨੀਜ਼ ਕੈਪੀਟਲ ਸਟਰਕਚਰ ਇਜ਼ ਨੋਨ ਐਜ਼, ਠੀਕ ਹੈ, ਦ ਕੰਬੀਨੇਸ਼ਨ ਆਫ ਡੈਟ ਐਂਡ ਇਕੁਇਟੀ, ਇਸੀ ਨੂੰ ਆਪਾਂ ਨਾਮ ਦੇ ਦਿੰਦੇ ਹਾਂ ਕੈਪੀਟਲ ਸਟਰਕਚਰ ਦਾ ਨਾਮ ਦਿੰਦੇ ਆ ਗਿਆ। ਹੁਣ ਇਹਦੇ ਰਿਲੇਟਿਡ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਆਪਾਂ ਨੂੰ ਲੱਗਦਾ ਕੁਝ ਪੜ੍ਹਨ ਦੀ ਲੋੜ ਨਹੀਂ ਹੈ। ਆਪਾਂ ਸਾਰਿਆਂ ਨੇ ਜਿਹੜੇ ਹੈਗੇ ਫਾਈਨੈਂਸ਼ੀਅਲ ਡਿਸੀਜ਼ਨ ਅੰਦਰ ਫਾਈਨੈਂਸਿੰਗ ਡਿਸੀਜ਼ਨਸ ਪੜ੍ਹੇ ਸੀਗੇ, ਤਾਂ ਫਾਈਨੈਂਸਿੰਗ ਡਿਸੀਜ਼ਨ ਇਹੀ ਚੀਜ਼ ਸੀਗੀ ਵੀ ਕੰਪਨੀ 'ਚ ਪੈਸਾ ਕਿਸ ਤੋਂ ਲੈਣਾ ਚਾਹੀਦਾ, ਡੈਟ ਤੋਂ ਲੈਣਾ ਚਾਹੀਦਾ ਜਾਂ ਇਕੁਇਟੀ ਤੋਂ ਲੈਣਾ ਚਾਹੀਦਾ। ਤੁਸੀਂ ਉਸੇ ਨੂੰ ਆਪਣਾ ਕਵਰ ਅਪ ਕਰ ਸਕਦੇ ਹੋ। ਜਿਵੇਂ ਪਹਿਲਾ ਪੁਆਇੰਟ ਆਪਣੇ ਕੋਲ ਕਹਿੰਦਾ ਸੀ ਕੋਸਟ, ਤਾਂ ਫੰਡਸ ਨੂੰ ਅਰੇਂਜ ਕਰਨ ਟਾਈਮ ਅਗਰ ਆਪਾਂ ਨੂੰ ਲੱਗੇਗਾ ਕਿ ਡੈਟ ਆਪਾਂ ਨੂੰ ਸਸਤਾ ਪੈ ਰਿਹਾ ਤਾਂ ਆਪਾਂ ਡੈਟ ਤੋਂ ਪੈਸਾ ਲੈ ਲਾਂਗੇ, ਇਕੁਇਟੀ ਸਸਤੀ ਪੈ ਰਹੀ ਤਾਂ ਇਕੁਇਟੀ ਤੋਂ ਪੈਸਾ ਲੈ ਲਾਂਗੇ, ਠੀਕ ਹੈ ਨਾ। ਇਸ ਤੋਂ ਇਲਾਵਾ ਅਗਰ ਆਪਾਂ ਲਗਾ ਕੇ ਦੇਖੀਏ ਕੋਸਟ ਤੋਂ ਬਾਅਦ ਕੈਸ਼ ਫਲੋ ਆਫ ਬਿਜ਼ਨਸ, ਪੈਸਾ ਜ਼ਿਆਦਾ ਖਰਚੇ ਘੱਟ ਹੈ ਤਾਂ ਪ੍ਰੈਫਰ ਕਰੋ ਡੈਟ,
पर अगर इनकम घट हैगी है और एक्सपेंसिस ज़्यादा है तो हमेशा प्रेफर करो अपना इक्विटी। इस तो अलावा अगर आप लगा के देखिए तो कंट्रोल कंसीडरेशन इक्विटी शेयर्स कंट्रोल करना चाहते हैं फिर उस केस थोड़ा डेट तो पैसा लेना पेगा, पर अगर अपनी पावर डायल्यूट करने वास्ते तैयार हो रहेगी फिर उस केस तुम इक्विटी तो पैसा ले सकते हो, ठीक है ना। बाकी नेचर ऑफ द इन्वेस्टर, मार्केट से जिस बंदे तो अपने पैसा चकना है वो किस तरीके का नेचर वाला है। अगर तो रिस्क लेने तैयार है तो इक्विटी इशू करो, बट अगर वो सेफली खेलना चाहता है या फिर अपना पैसा जोड़ा है रिस्क तो नहीं लगाना चाहता फिर तुम्हें पैसा डेट ते लेना पेगा, ठीक है ना। द नेचर ऑफ द इन्वेस्टर इज ऑल्सो प्लेज अ की रोल वाइल डिसाइडिंग द कैपिटल स्ट्रक्चर ऑफ द कंपनी, ठीक है। बाकी इस तो अलावा अगर आप लगा के देखिए तो कुछ अदर पॉइंट्स जिस च आप कह सकते हैं कि कंडीशन ऑफ स्टॉक मार्केट किस तरीके की हैगी है ये अपन ध्यान रखना पेगा। कंडीशंस ऑफ स्टॉक मार्केट, बाकी फाइनेंशियल लेवरेज कैसी है थोड़े बिजनेस की, ठीक है। समटाइम्स कंपनी कैपिटल स्ट्रक्चर लुकआउट कर दी है अदर कंपनीज का भी, सो कैपिटल स्ट्रक्चर ऑफ अदर कंपनीज ऑल्सो इफेक्ट आर कैपिटल स्ट्रक्चर, ठीक है ना। सो दीज आर द फैक्टर्स दैट अफेक्टिंग कैपिटल स्ट्रक्चर। होप सो जिन्ने क्वेश्चन मैंने कराए हैं थोड़ा सारे चंगी तरह समझ आ गए होने। चंगी तरह ਤੁਸੀਂ ਇਹਨਾਂ ਕੁਐਸਚਨਸ ਨੂੰ ਜਿਹੜਾ ਇੱਕ ਵਾਰ ਆਪਣੇ ਗੋ ਥਰੂ ਕਰ ਲੈਣਾ ਤਾਂ ਕਿ ਬਾਈ ਚਾਂਸ ਕਈ ਵਾਰ ਕੋਈ ਅੱਧਾ ਕੁਐਸਚਨ ਰਿਪੀਟਿੰਗ ਦੇ ਵਿੱਚ ਆਪਣੇ ਕੋਲ ਫਾਈਨਲਸ ਦੇ ਵਿੱਚ ਵੀ ਆ ਜਾਂਦਾ ਹੈਗਾ ਤਾਂ ਆਪਾਂ ਉਹ ਅਟੈਂਪਟ ਕਰ ਸਕੀਏ, ਠੀਕ ਹੈ। ਟਿਲ ਦੈਨ ਬਨੇ ਰਹੋ ਇਸ ਚੈਨਲ ਦੇ ਉੱਪਰ, ਠੀਕ ਹੈ ਨਾ। ਹੋਰ ਵੀ ਬਹੁਤ ਸਾਰੀ ਵੀਡੀਓਜ਼ ਜਿਹੜੀ ਕਿ ਆਉਣ ਵਾਲੇ ਟਾਈਮ 'ਚ ਮੈਂ ਤੁਹਾਡੇ ਲਈ ਲੈ ਕੇ ਆਉਣ ਵਾਲਾ ਹੈਗਾ, ਬਹੁਤ ਹੀ ਇੰਪੋਰਟੈਂਟ ਕਨਸੈਪਟ ਜਿਹੜੇ ਕਿ ਆਪਾਂ ਕਵਰ ਕਰਾਂਗੇ ਉਹਨਾਂ ਵੀਡੀਓਜ਼ ਦੇ ਵਿੱਚ, ਠੀਕ ਹੈ ਨਾ। ਉਦੋਂ ਤੱਕ ਇਸ ਚੈਨਲ 'ਤੇ ਬਨੇ ਰਹੋ। ਟਿਲ ਦੈਨ ਬਾਏ ਬਾਏ।